पता लगता कि फलानी वैक्सीन के नाल क्लॉट बन रहे हैं, एस्ट्राजेनिका के नाल, फिर जॉनसन एंड जॉनसन नाल भी बन रहे हैं जी, फिर पता लगता कि फाइजर नाल भी कुछ ना कुछ हो रहा। ये सारा रौला गौला की है, इस वेले असीं किहड़ी स्थिति दे विच हां? इस वेले ICU थोड़े फुल होंदे जा रहे हैं क्योंकि जिहड़ा तीजा वेव आ, तीजी छाल आ कैनेडा च चल रही। ओंटारियो च तो बहुत ज़्यादा, BC च भी 70-80% तो ज़्यादा कैपेसिटी च रन कर रहे हैं। नहीं इदा चॉइस नहीं हैगा। देखो सारिया वैक्सीन क्योंकि हैल्थ कैनेडा कहती है सेफ आ, उन्हों की जी प्रोटैक्शन हैगी गुड हैगी आ। सो असी जाके वो नहीं कह सकते भी मैनू फाइजर ही चाहिए, मैनू मॉडर्ना चाहिए, या मैनू एस्ट्राजेनिका या मैनू जॉनसन एंड जॉनसन। ਜਿਹੜੇ सिगरेट स्मोक करते हैं उन्होंने 17.21 मिलियन क्लॉटिंग की संभावना। जो कोविड अगर सानू हो गया खुदा ना खास्ता तो साਡਾ 10% रिस्क है, 10% भी सानू क्लॉटिंग होगी। अगर ICU च चले गए तो 20% रिस्क हैगा। कोई अंदाजा ये बारे भी आ समर तक, अगली समर तक कदों तक नॉर्मल हो जू सारा कुछ? वादे दे नाल, निश्चय दे नाल पूरे ठोक बजा के कहने मिड समर तक असी बहुत कुछ इत्थे कैनेडा दे सक्सैसफुल हो जावांगे। और जो हर्ड इम्यूनिटी हो जाती है, जिहदे करीबन 70% आवाम नू टीके लग जान तो बीमारी जिहड़ी है ना एपीडेमिक जिहड़ी महामारी उस तो दब के एंडेमिक चली जाती है। भी लो ग्रेड च इत्थे उक्का पुक्का केसिस रह जाते जिद्दां फ्लू दे हुंदे है ना। ਜਿਹੜੇ ਰੈਸੀਡੈਂਸ਼ੀਅਲ ਕੇਅਰ ਹੋਮ 'ਚ ਸਾਡੇ ਬਜ਼ੁਰਗ ਸਨ ਉਹਨਾਂ ਨੂੰ ਸਾਰਿਆਂ ਨੂੰ 2-2 ਟੀਕੇ ਲੱਗ ਚੁੱਕੇ। ਹੁਣ ਇਸ ਵੇਲੇ ਤੁਸੀਂ ਦੇਖੋ ਕੋਈ ਵੀ ਬਜ਼ੁਰਗ ਇਸ ਵੇਲੇ ਹਸਪੀਟਲ 'ਚ ਐਡਮਿਟ ਨਹੀਂ ਆ, ICU 'ਚ ਨਹੀਂ ਆ। ਔਰ ਕੋਵਿਡ ਦੇ ਟੀਕੇ ਦੇ ਨਾਲ ਤੁਹਾਨੂੰ ਕੋਵਿਡ ਤੋਂ ਸੁਰੱਖਿਆ ਮਿਲੂਗੀ, ਹੋਰ ਬਿਮਾਰੀਆਂ ਤੋਂ ਨਹੀਂ ਮਿਲੂਗੀ। ਇਹ ਭੰਬਲ ਭੂਸੇ 'ਚ ਨਾ ਪਇਓ ਵੀ ਸਾਰੇ ਬਿਮਾਰੀਆਂ ਤੋਂ ਨਿਕਟ ਹੋ ਜਾਣਗੇ। ਸਿਰਫ ਕੋਵਿਡ ਦਾ ਟੀਕਾ ਤੁਹਾਨੂੰ ਕੋਵਿਡ ਤੋਂ ਬਚਾਊਗਾ। ਹੁਣ ਕਹਿੰਦੇ ਜਿਹੜੇ ਇਹਦੇ ਰੂਪ ਬਦਲੀ ਜਾਂਦਾ ਇਹ, ਇਹਦਾ ਕੋਈ ਹੋਰ ਵੇਰੀਐਂਟ ਆ ਗਿਆ, म्यूटेशन हो गई, ਕਿਤੇ ਇਦਾਂ ਤਾਂ ਨਹੀਂ ਹੋਊਗਾ ਵੀ ਉਸ ਵੇਲੇ ਜਾ ਕੇ ਕਹਿ ਦੇਣ ਜੀ ਉਹ ਪਹਿਲਾਂ ਤਾਂ ਨਿਬੜ ਗਿਆ ਹੁਣ ਇਹ ਨਵਾਂ ਹੋਰ ਸ਼ੁਰੂ ਹੋ ਗਿਆ? ਦੁਨੀਆ ਦਾ ਸੀਨ ਮਾੜਾ ਇਸ ਵੇਲੇ। ਕਰੀਬਨ 2 ਸਾਲ ਹੋਰ ਲੱਗਣਗੇ ਇਸ ਮਹਾਮਾਰੀ ਨੂੰ ਰੈਸਟ ਆਫ ਦਾ ਵਰਲਡ ਤੋਂ ਜਾਣ ਵਾਸਤੇ। ਜਦੋਂ ਸਾਨੂੰ ਕੋਵਿਡ ਹੋ ਜਾਂਦਾ ਆਕਸੀਜਨ ਦਾ ਲੈਵਲ ਘਟ ਗਿਆ, ਇਹ ਕਿੱਥੋਂ ਪਤਾ ਲੱਗਦਾ? ਕੀ ਇਹਨੂੰ ਘਰ 'ਚ ਦੇਖਿਆ ਜਾ ਸਕਦਾ? ਕੀ ਇਹਦਾ ਕੋਈ ਘਰ ਦਾ ਇਲਾਜ ਹੈਗਾ ਵੀ ਬੰਦੇ ਦੀ ਆਕਸੀਜਨ ਵਧੀ ਰਵੇ ਜਾਂ ਕੁਛ ਇਦਾਂ ਦਾ ਹੋ ਸਕਦਾ ਜੀ? ਦੇਖੋ ਹਿੰਦੁਸਤਾਨ ਦੇ ਵਿੱਚ ਤੁਸੀਂ ਆਮ ਦੇਖ ਰਹੇ ਹੋ ਵੀ ਜਿਹੜਾ ਐਂਬੂਲੈਂਸ ਉਹਦੇ ਸਿਲੰਡਰ ਨਹੀਂ ਹੈਗੇ ਆਕਸੀਜਨ ਦੇ। ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਵਰਸਸ ਪ੍ਰਧਾਨ ਮੰਤਰੀ ਮੋਦੀ ਜੀ ਦਾ ਬਹਿਸ ਚੱਲ ਰਿਹਾ ਕਿਉਂਕਿ ਦਿੱਲੀ 'ਚ ਕੋਈ ਪਲਾਂਟ ਨਹੀਂ ਹੈਗਾ ਆਕਸੀਜਨ ਦਾ, ਬਾਹਰੋਂ ਆਉਂਦੇ ਆ ਨਾ। ਔਰ ਜਿਹੜਾ ਕੋਵਿਡ ਜਦੋਂ ਹੁੰਦਾ ਔਰ ਸਾਡੇ ਜਿਹੜੀ ਸਾਹ ਦੀ ਨਾਲੀਆਂ ਉਹਨਾਂ ਦੇ ਵਿੱਚ ਸੋਜ ਕਰਦਾ, ਸਾਡੇ ਐਲਵਿਊਲਾ ਜਿੱਥੋਂ ਆਕਸੀਜਨ ਜਾਣਾ ਉਹਦੇ ਥੋੜ੍ਹਾ ਫਲੂਇਡ ਕਰਦਾ, ਸੋਜਿਸ਼ ਕਰਦਾ, ਇਨਫਲੇਮੇਸ਼ਨ ਕਰਦਾ, ਇਸ ਲਈ ਆਕਸੀਜਨੇਸ਼ਨ ਨਹੀਂ ਹੁੰਦਾ। ਔਰ ਜਿਹੜਾ ਹਿੰਦੁਸਤਾਨ ਦਾ ਰੂਪਾਂਤਰ ਆ, ਪਹਿਲੋਂ ਮੁੰਬਈ 'ਚ ਕਰੀਬਨ ਦਸੰਬਰ 'ਚ ਉੱਕੇ ਪੁੱਕੇ ਕੇਸਿਸ ਸੀ, ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਹੈਗਾ। ਔਰ ਹੁਣ ਕੈਲਕੱਟਾ 'ਚ ਅਗਰ ਤੁਸੀਂ ਦੇਖੀਏ 100 ਲੋਕੀ ਅਗਰ ਕੋਵਿਡ ਟੈਸਟ ਕਰਨ ਜਾਂਦੇ 50 ਪੋਜ਼ੀਟਿਵ ਜੋ। ਇਹ ਕਿਉਂ ਹੋ ਰਿਹਾ? ਕਿਉਂਕਿ ਲੋਕਾਂ ਨੇ ਕੋਵਿਡ ਨੂੰ ਇੱਕ ਮਜ਼ਾਕ ਸਮਝਿਆ। ਉੱਥੇ ਲੋਕਾਂ ਨੇ ਸਮਝਿਆ ਪਹਿਲੀ ਵੇਵ ਆ ਗਈ, ਬੱਲੇ ਬੱਲੇ ਹੋ ਗਿਆ, ਅਸੀਂ ਤਾਂ ਬਾਜੀ ਜਿੱਤ ਗਏ, ਸਾਡੀ ਹਰਡ ਇਮਿਊਨਿਟੀ ਹੋ ਗਈ। ਹਰਡ ਇਮਿਊਨਿਟੀ ਨੈਚੁਰਲੀ ਕਦੀ ਨਹੀਂ ਹੁੰਦੀ। ਸਵੀਡਨ ਨੇ ਐਕਸਪੈਰੀਮੈਂਟ ਕਰਕੇ ਦੇਖਿਆ। ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਦੇ ਦੂਜੇ ਹਿੱਸੇ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਜਿੱਦਾਂ ਕਿ ਪ੍ਰੋਗਰਾਮ ਦੇ ਪਹਿਲੇ ਹਿੱਸੇ 'ਚ ਜ਼ਿਕਰ ਕੀਤਾ ਸੀ, ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਡਾਕਟਰ ਪ੍ਰਗਟ ਸਿੰਘ ਪੁਰਜੀ ਉਹਨਾਂ ਨਾਲ। ਬਹੁਤ ਸਾਰੇ ਸਵਾਲ ਨੇ ਕੋਵਿਡ ਦੇ ਸੰਬੰਧ ਵਿੱਚ ਸਾਡੇ ਮਨਾਂ ਦੇ ਵਿੱਚ। ਇੱਕ ਤਾਂ ਕੋਵਿਡ ਵੈਕਸੀਨ ਬਾਰੇ, ਕੋਵਿਡ ਵੈਕਸੀਨ ਕਿਹੜੀ ਲਵਾਉਣੀ ਆ? ਕਦੇ ਪਤਾ ਲੱਗਦਾ ਕਿ ਫਲਾਣੀ ਵੈਕਸੀਨ ਦੇ ਨਾਲ ਕਲੌਟ ਬਣ ਰਹੇ ਆ, ਐਸਟਰਾਜ਼ੈਨਿਕਾ ਦੇ ਨਾਲ, ਫਿਰ ਜੌਨਸਨ ਐਂਡ ਜੌਨਸਨ ਨਾਲ ਵੀ ਬਣ ਰਹੇ ਆ ਜੀ, ਫਿਰ ਪਤਾ ਲੱਗਦਾ ਕਿ ਫਾਈਜ਼ਰ ਨਾਲ ਵੀ ਕੁਛ ਨਾ ਕੁਛ ਹੋ ਰਿਹਾ। ਇਹ ਸਾਰਾ ਰੌਲਾ ਗੌਲਾ ਕੀ ਆ? ਇਸ ਵੇਲੇ ਅਸੀਂ ਕਿਹੜੀ ਸਥਿਤੀ ਦੇ ਵਿੱਚ ਆ? ਕੈਨੇਡਾ ਦੇ ਵਿੱਚ ਸਾਡੇ ਕੋਲ ਕਿਹੜੀ ਵੈਕਸੀਨ ਅਵੇਲੇਬਲ ਆ ਅਤੇ ਕੀ ਇਹ ਵੈਕਸੀਨ ਮਰਜ਼ੀ ਨਾਲ ਲਵਾਈ ਜਾ ਸਕਦੀ ਹੈ? ਦੂਜਾ ਸਵਾਲ ਇਹ ਪੈਦਾ ਹੁੰਦਾ ਕਿ ਹੁਣ ਇਹ ਸਾਰਾ ਕੁਛ ਖੁੱਲ੍ਹਣਾ ਕਦੋਂ ਆ? ਇੰਡੀਆ ਦੇ ਵਿੱਚ ਹਾਲਤ ਬਹੁਤ ਮਾੜੀ ਹੋ ਰਹੀ ਆ। ਅਮਰੀਕਾ ਦੇ ਵਿੱਚ ਕੁਛ ਕੇਸਿਸ ਦੇ ਵਿੱਚ ਸੁਧਾਰ ਹੋ ਗਿਆ, ਪਰ ਫਿਰ ਵੀ 40,000 ਕੇਸ ਰੋਜ਼ ਦਾ ਆਉਣਾ, ਹਜੇ ਵੀ ਹਾਲਤ ਉੱਥੇ ਪੂਰੀ ਤਰ੍ਹਾਂ ਕਾਬੂ ਵਿੱਚ ਨਹੀਂ ਆਈ। ਸਾਡੇ ਕੀ ਸਥਿਤੀ ਆ? ਇੱਕ ਲੋਕ ਆਮ ਤੌਰ 'ਤੇ ਸਵਾਲ ਸਾਡੇ ਮਨਾਂ ਦੇ ਵਿੱਚ ਆ ਰਿਹਾ ਵੀ ਇਹ ਸਾਰਾ ਕੁਛ ਹੁਣ ਖੁੱਲ੍ਹੂਗਾ ਕਦੋਂ? ਕਦੇ ਖੁੱਲ੍ਹੂਗਾ? ਪਹਿਲਾਂ ਵਰਗਾ ਨੋਰਮਲ ਹੋਊਗਾ ਜਾਂ ਨਹੀਂ ਹੋਊਗਾ? ਇਹ ਕੁਛ ਕੁ ਗੱਲਾਂ ਬਾਤਾਂ ਕੋਵਿਡ ਬਾਰੇ ਹੋਰ ਡਾਕਟਰ ਸਾਹਿਬ ਨਾਲ ਆਪਾਂ ਕਰਦੇ ਹਾਂ, ਉਹਨਾਂ ਕੋਲੋਂ ਹੋਰ ਜਾਣਕਾਰੀ ਲੈਂਦੇ ਹਾਂ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ, ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੇ ਸਾਰੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਅਸਲਾਮ ਵਾਲੇਕੁਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਸਾਨੂੰ ਦੱਸਿਓ ਵੀ ਜਿਹੜੀ ਕੋਵਿਡ ਵੈਕਸੀਨ ਆ ਹੁਣ ਸਾਡੇ ਕੋਲੇ ਕੈਨੇਡਾ 'ਚ ਕਿਹੜੀ ਅਵੇਲੇਬਲ ਆ ਅਤੇ ਕਿਹਦੇ ਸਾਈਡ ਇਫੈਕਟ ਆ ਅਤੇ ਕਿਹੜੀ ਲਵਾਉਣੀ ਚਾਹੀਦੀ? ਕੀ ਇਹ ਸਾਡੀ ਮਰਜ਼ੀ ਦੇ ਉੱਤੇ ਹੈਗਾ? ਪਹਿਲੀ ਗੱਲ ਤਾਂ 3 ਵੈਕਸੀਨਸ ਇੱਥੇ ਮਨਜ਼ੂਰ ਸ਼ੁਦਾ ਹੈਗੇ, ਫਾਈਜ਼ਰ, ਮੋਡਰਨਾ ਅਤੇ ਐਸਟਰਾਜ਼ੈਨਿਕਾ। ਔਰ ਤਿੰਨੋਂ ਚੰਗੀਆਂ, ਤਿੰਨੋਂ ਤੁਹਾਨੂੰ ਬਚਾਉਂਦੀਆਂ ਕੋਵਿਡ ਹੋਣ ਤੋਂ
ਮੌਤ ਤੋਂ ਬਚਾਉਂਦੀਆਂ, ਕੋਵਿਡ ਤੋਂ, ਹਸਪੀਟਲਾਈਜੇਸ਼ਨ ਤੋਂ ਬਚਾਉਂਦੀਆਂ, ਔਰ ਤਿੰਨੋਂ ਅਸਰਦਾਰ ਹੈਗੀਆਂ। ਵਾਦ ਵਿਵਾਦ ਚੱਲਦਾ ਰਿਹਾ ਐਸਟਰਾਜੈਨੇਕਾ ਦਾ। ਸਾਡੇ ਪ੍ਰਧਾਨ ਮੰਤਰੀ ਨੇ ਵੀ ਪਿਛਲੇ ਹਫ਼ਤੇ ਲਵਾਈ, ਸਾਡੇ ਪ੍ਰੀਮੀਅਰ ਨੇ ਵੀ, ਜੌਨ ਹੌਰਗਨ ਹੁਣਾਂ ਨੇ ਵੀ ਲਾਈ, ਓਨਟਾਰੀਓ ਦੀ ਜਿਹੜੀ ਸਿਹਤ ਮੰਤਰੀ ਸੀ ਉਹਨੇ ਵੀ ਲਾਈ। ਸੋ ਦੇਖੋ, ਇਹ ਵਾਦ ਵਿਵਾਦ ਕਈ ਵਾਰ ਨਾ ਉਹਦਾ ਪੁਸ਼ਤੇ ਦੀ ਨਹੀਂ ਹੁੰਦਾ, ਕੋਈ ਐਸੋਸੀਏਸ਼ਨ ਹੁੰਦਾ। ਲੇਕਿਨ ਜਿਹੜੀ ਯੂਰਪ ਦੇ ਵਿੱਚ ਇਹਦੀ ਐਸਟਰਾਜੈਨੇਕਾ ਦੀ ਬਲੱਡ ਕਲੌਟਿੰਗ ਦੀ ਬਣੀ ਸੀ, ਉਹਦੇ ਉੱਤੇ ਹੁਣ ਰਿਸਰਚ ਬਹੁਤ ਹੋਈ, ਬਹੁਤਾ ਕਰਕੇ ਲੇਡੀਜ਼ ਦੇ ਵਿੱਚ ਹੋਇਆ। ਔਰ ਉਹਦਾ ਮੇਨ ਕਾਰਨ ਹੋ ਸਕਦਾ ਵੀ ਉਹਨਾਂ ਦਾ ਜਿਹੜਾ ਐਸਟ੍ਰੋਜਨ ਹਾਰਮੋਨ ਆ ਉਹ ਜ਼ਿਆਦਾ ਮਤਲਬ ਅਸਰਦਾਈ ਹੈਗਾ। ਦੂਜਾ, ਜਦ ਆਪਾਂ ਰਿਵਿਊ ਕੀਤਾ ਡੇਟਾ ਵੀ ਫਲੂ ਸ਼ਾਟ ਆਪਾਂ ਹਰ ਸਾਲ ਲਾਉਂਦੇ ਆ, ਉਹਦੇ ਵਿੱਚ ਵੀ ਕੰਪਲਿਕੇਸ਼ਨਸ ਹੁੰਦੀਆਂ, ਉਹ ਵੀ 4 ਤੋਂ 5 ਗੁਣਾ ਜ਼ਿਆਦਾ ਲੇਡੀਜ਼ 'ਚ ਹੋਈਆਂ ਸੀ। ਸੋ ਕਿਤੇ ਨਾ ਕਿਤੇ ਜਿਹੜਾ ਹਾਰਮੋਨ ਐਸਟ੍ਰੋਜਨ ਹੈਗਾ ਉਹਨਾਂ ਨੂੰ ਇਸ ਕੰਪਲਿਕੇਸ਼ਨ ਵਾਸਤੇ ਥੋੜ੍ਹਾ ਬਹੁਤ ਮੇਬੀ 1 in 250 to 500,000 ਕਰਦਾ। ਲੇਕਿਨ ਉਹਦੇ ਨਾਲ ਡਰਨ ਦੀ ਲੋੜ ਨਹੀਂ ਹੈਗੀ। ਸਾਡੇ 3 ਕੇਸਿਸ ਹੋਏ ਕੈਨੇਡਾ 'ਚ ਐਸਟਰਾਜੈਨੇਕਾ ਦੇ ਨਾਲ, ਤਿੰਨੋਂ ਘਰੇ ਇਲਾਜ ਹੋ ਰਿਹਾ, ਕਿਸੇ ਦੀ ਮੌਤ ਨਹੀਂ ਹੋਈ। ਚੌਥੀ ਜਿਹੜੀ ਵੈਕਸੀਨ ਸਾਨੂੰ ਹੁਣ ਮਨਜ਼ੂਰ ਸ਼ੁਦਾ ਤੇ ਹੋ ਗਈ ਆ ਹੈਲਥ ਕੈਨੇਡਾ ਤੋਂ, ਉਹਦੀ ਅਗਲੇ ਹਫਤੇ ਇੰਸਟਾਲਮੈਂਟਸ ਆ ਰਹੀਆਂ, ਕਰੀਬਨ 4 ਲੱਖ ਡੋਸਿਸ ਜੌਨਸਨ ਐਂਡ ਜੌਨਸਨ ਦੇ ਆ ਰਹੇ। ਇਹਦੀ ਗੁੱਡ ਨਿਊਜ਼ ਹੈ ਕਿ ਵੀ ਇੱਕ ਟੀਕੇ ਦੇ ਨਾਲ ਕੰਮ ਸਰ ਜਾਣਾ, ਔਰ ਇਹਦੀ ਵੀ ਜਿਹੜੀ ਐਫੀਕੇਸੀ ਵਧੀਆ। ਔਰ ਇਹ ਉਦੋਂ ਤਿਆਰ ਹੋ ਰਹੀ ਸੀ ਜਦੋਂ ਰੂਪਾਂਤਰ ਜਾਂ ਵੇਰੀਐਂਟਸ ਆ ਗਏ ਸੀ, ਜਿੱਦਾਂ ਸਾਊਥ ਅਫਰੀਕਾ ਦੇ, ਬ੍ਰਾਜ਼ੀਲ ਦੇ। ਤਾਂ ਖਾਸ ਕਰਕੇ ਇਹਦੀ ਰਿਸਰਚ ਬਹੁਤ ਜ਼ਿਆਦਾ ਸਾਊਥ ਅਫਰੀਕਾ ਔਰ ਬ੍ਰਾਜ਼ੀਲ ਔਰ ਅਮਰੀਕਾ 'ਚ ਹੋਈ ਆ। ਸੋ ਇਹਦਾ ਵੀ ਗੁੱਡ ਨਿਊਜ਼ ਹੈਗਾ। ਕੁਛ ਮੇਰੇ ਖਿਆਲ ਨਾਲ 5-6 ਮਿਲੀਅਨ ਡੋਜ਼ਸ ਦੇ ਤੋਂ 5 ਲੋਕਾਂ ਨੂੰ ਕਲੌਟਿੰਗ ਦੀ ਸਮੱਸਿਆ ਅਮਰੀਕਾ ਆਈ ਸੀ, ਲੇਕਿਨ ਰਿਵਿਊ ਕੀਤਾ ਤੇ ਕੋਈ ਐਸੋਸੀਏਸ਼ਨ ਜ਼ਿਆਦਾ ਨਹੀਂ ਬਣਦਾ। ਸੋ ਇਸ ਲਈ ਹੈਲਥ ਕੈਨੇਡਾ ਨੇ ਓਕੇ ਕਿਹਾ ਹੋਇਆ, ਔਰ ਅਗਲੇ ਹਫ਼ਤੇ ਸਾਨੂੰ ਇਹ ਵੈਕਸੀਨ ਇੱਥੇ ਆਉਣੀ ਹੈ। ਸਾਨੂੰ 1 ਮਿਲੀਅਨ ਡੋਜ਼ਸ ਫਾਈਜ਼ਰ ਦੇ ਵੀ ਆ ਰਹੇ ਆ, 6 ਲੱਖ ਮੋਡਰਨਾ ਦੇ, ਤੇ 4 ਲੱਖ ਡੋਜ਼ਸ ਆ ਰਹੇ ਜੌਨਸਨ ਜੌਨਸਨ ਦੇ। ਕੁਝ ਸਮੇਂ ਵਾਸਤੇ ਐਸਟਰਾਜੈਨੇਕਾ ਨਹੀਂ ਆ ਰਹੀ, ਜਿਹੜੇ ਪੁਰਾਣੇ ਡੋਜ਼ਸ ਸੀ ਆ ਗਏ ਆ। ਲੇਕਿਨ ਤੁਸੀਂ ਦੇਖੋਗੇ ਜਦੋਂ ਆਪਾਂ ਏਜ ਆ ਪਹਿਲੋਂ 45 ਤੋਂ 55 ਕੀਤਾ, ਫਿਰ ਉਹਨੂੰ ਥੱਲੇ ਕੀਤਾ, ਹੋਰ ਹੁਣ 30 ਤੋਂ ਉੱਤੇ ਕੋਈ ਵੀ ਲਾ ਸਕਦਾ ਹੈ ਨਾ ਐਸਟਰਾਜੈਨੇਕਾ। ਔਰ ਲੋਕਾਂ ਨੇ ਆਪ ਜਾ ਕੇ ਫਾਰਮੇਸੀਆਂ 'ਚ ਲਵਾਏ ਆ, ਔਰ BC 'ਚ ਕਿ ਪੂਰੇ ਕੈਨੇਡਾ 'ਚ ਬਹੁਤ ਵੱਡੀ ਮਾਤਰਾ 'ਚ ਲੋਕਾਂ ਨੇ ਟੀਕੇ ਲਵਾਏ। ਉਹਦੇ ਕਰਕੇ ਇਸ ਵੇਲੇ ਐਟਲੀਸਟ ਇੱਕ ਡੋਜ਼ ਤਾਂ 30% ਦੇ ਲੱਗੇ ਚਾਗੇ ਆਵਾਮ ਨੂੰ ਮਿਲ ਚੁੱਕਿਆ, ਔਰ ਇਹ ਚੰਗੀ ਗੱਲ ਹੈਗੀ ਹੈ, ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਉਹਨਾਂ ਨੂੰ ਐਂਟੀਬਾਡੀਜ਼ ਹੋਣ, ਕਿਉਂਕਿ ਇੱਕ ਡੋਜ਼ ਦੇ ਨਾਲ ਵੀ ਕਰੀਬਨ 70-80% ਐਂਟੀਬਾਡੀਜ਼ ਤਾਂ ਬਣ ਜਾਂਦੀਆਂ, ਤਾਂ ਕਿ ਤੁਹਾਡੀ ਹਸਪੀਟਲਾਈਜੇਸ਼ਨ ਨਾ ਹੋਏ। ਇਸ ਵੇਲੇ ICU ਥੋੜ੍ਹੇ ਫੁੱਲ ਹੁੰਦੇ ਜਾ ਰਹੇ ਆ, ਕਿਉਂਕਿ ਜਿਹੜਾ ਤੀਜਾ ਵੇਵ ਆ, ਤੀਜੀ ਛਾਲ ਆ ਕੈਨੇਡਾ 'ਚ ਚੱਲ ਰਹੀ। ਓਨਟਾਰੀਓ 'ਚ ਤਾਂ ਬਹੁਤ ਜ਼ਿਆਦਾ, BC 'ਚ ਵੀ 70-80% ਤੋਂ ਜ਼ਿਆਦਾ ਕੈਪੈਸਿਟੀ 'ਚ ਰਨ ਕਰ ਰਹੇ ਆ। ਇਸ ਲਈ 1750 ਜਿਹੜੀ ਇਲੈਕਟਿਵ ਸਰਜਰੀ ਸੀ ਉਹ ਵੀ ਕੈਂਸਲ ਕੀਤੀ, ਤਾਂ ਕਿ ਜਿਹੜੀ ਉਹ ਰਿਸੋਰਸਿਸ ਆ, ਮੈਨ ਪਾਵਰ ਆ, ਉਹ ਸਾਰਾ ਕੁਛ, ਔਰ ਉਹ ਰੂਮ ਆ, ਅਗਰ ਸਾਡੇ ਉੱਤੇ ਹੋਰ ਜ਼ਿਆਦਾ ਕੇਸਿਸ ਹੁੰਦੇ ਤਾਂ ਅਸੀਂ ਉਹਨਾਂ ਨੂੰ ਸਾਂਭ ਸਕੀਏ। ਡਾਕਟਰ ਸਾਹਿਬ, ਇਹ ਕਿਸੇ ਦੀ ਮਰਜ਼ੀ ਦੇ ਉੱਤੇ ਹੈਗਾ ਵੀ ਉਹ ਕਿਹੜੀ ਵੈਕਸੀਨ ਲਵਾਉਣੀ ਚਾਹੁੰਦਾ? ਕੀ ਇਹ ਜਿਹੜੀ ਜਿੱਥੇ ਜਿਸ ਫੈਸਿਲਿਟੀ 'ਚ ਲੱਗ ਰਹੀ ਆ, ਲੈਬੋਰਟਰੀ 'ਚ ਜਾਂ ਜਿਹੜੀ ਕਿਤੇ ਵੀ ਲੱਗ ਰਹੀ ਆ ਉਹ ਫਾਰਮੇਸੀ 'ਤੇ, ਉੱਥੋਂ ਪਤਾ ਲੱਗ ਸਕਦਾ ਵੀ ਮੇਰੇ ਆ ਹੀ ਲੱਗੇ? ਨਹੀਂ, ਇੱਦਾਂ ਚੋਇਸ ਨਹੀਂ ਹੈਗਾ। ਦੇਖੋ, ਸਾਰੀਆਂ ਵੈਕਸੀਨ ਕਿਉਂਕਿ ਹੈਲਥ ਕੈਨੇਡਾ ਕਹਿੰਦੀ ਆ ਸੇਫ ਆ, ਉਹ ਉਹਨਾਂ ਦੀ ਜਿਹੜੀ ਪ੍ਰੋਟੈਕਸ਼ਨ ਹੈਗੀ ਆ ਗੁੱਡ ਹੈਗੀ ਆ। ਸੋ ਅਸੀਂ ਜਾ ਕੇ ਉਹ ਨਹੀਂ ਕਹਿ ਸਕਦੇ ਵੀ ਮੈਨੂੰ ਫਾਈਜ਼ਰ ਹੀ ਚਾਹੀਦੀ, ਮੈਨੂੰ ਮੋਡਰਨਾ ਚਾਹੀਦੀ ਹੈ, ਮੈਨੂੰ ਐਸਟਰਾਜੈਨੇਕਾ ਜਾਂ ਮੈਨੂੰ ਜੌਨਸਨ ਐਂਡ ਜੌਨਸਨ। ਸੋ ਜਿਹੜੀ ਵੀ ਉਸ ਫੈਸਿਲਿਟੀਜ਼ 'ਚ ਮੌਜੂਦ ਆ ਉਹ ਤੁਹਾਨੂੰ ਲੈਣੀ ਪੈਣੀ ਆ। ਹਾਂ, ਤੁਹਾਡਾ ਅਗਰ ਏਜ ਗਰੁੱਪ 30 ਤੋਂ ਥੱਲੇ ਆ ਤਾਂ ਫਿਰ ਤੁਹਾਨੂੰ ਐਸਟਰਾਜੈਨੇਕਾ ਜਾਂ ਜੌਨਸਨ ਜੌਨਸਨ ਨਹੀਂ ਲੱਗੂਗੀ, ਤੁਹਾਨੂੰ ਫਾਈਜ਼ਰ ਜਾਂ ਮੋਡਰਨਾ ਹੀ ਲੱਗੂਗੀ। ਅਗਰ ਤੁਹਾਡੀ ਏਜ ਗਰੁੱਪ 65 ਤੋਂ ਉੱਤੇ ਆ ਫਿਰ ਵੀ ਤੁਹਾਨੂੰ ਫਾਈਜ਼ਰ ਜਾਂ ਮੋਡਰਨਾ ਲੱਗੂਗੀ, ਕਿਉਂਕਿ ਜਿਹੜਾ ਏਜ ਗਰੁੱਪ 65 ਮੈਕਸਿਮਮ ਹੈਗਾ ਐਸਟਰਾਜੈਨੇਕਾ ਔਰ ਜੌਨਸਨ ਜੌਨਸਨ, ਥੱਲੇ ਏਜ ਗਰੁੱਪ 30 ਤੱਕ ਲੈ ਆਉਂਦਾ ਸੀ, ਕਿਉਂਕਿ ਅਸੀਂ ਸੇਫਟੀ ਪ੍ਰੋਫਾਈਲ ਦੇਖਿਆ, ਇਹ ਬਹੁਤ ਲੂਸ ਐਸੋਸੀਏਸ਼ਨ ਸੀ ਕਲੌਟਿੰਗ ਦਾ। ਉੱਦਾਂ ਵੀ ਕਲੌਟਿੰਗ ਬਹੁਤ ਚੀਜ਼ਾਂ ਤੋਂ ਹੁੰਦੇ ਜਸਕਰਨ ਜੀ, ਜਿੱਦਾਂ ਸਮਝੋ ਵੀ ਬਰਥ ਕੰਟਰੋਲ ਪਿਲਸ ਲੇਡੀਜ਼ ਲੈਂਦੀਆਂ ਨਾ, 1000 ਦੇ ਵਿੱਚੋਂ ਇੱਕ ਨੂੰ ਕਲੌਟਿੰਗ ਦੀ ਸੰਭਾਵਨਾ। ਇੱਥੋਂ ਦੀ ਜਿਹੜੀ ਲੌਂਗ ਫਲਾਈਟਸ ਆਪਾਂ ਦਿੱਲੀ ਜਾਂਦੇ ਹਾਂ ਲੈਟਸ ਸੇ 14-15 ਘੰਟੇ ਦੀ, ਉਦੋਂ ਵੀ 1000 'ਚ ਇੱਕ ਨੂੰ ਕਲੌਟਿੰਗ ਦੀ ਸੰਭਾਵਨਾ ਹੈਗੀ ਆ। ਜਿਹੜੇ ਸਿਗਰਟ ਸਮੋਕ ਕਰਦੇ ਆ ਉਹਨਾਂ ਦੇ ਵਿੱਚ 17.21 ਮਿਲੀਅਨ ਦੇ ਵਿੱਚ ਕਲੌਟਿੰਗ ਦੀ ਸੰਭਾਵਨਾ। ਜਦੋਂ ਕੋਵਿਡ ਅਗਰ ਸਾਨੂੰ ਹੋ ਗਿਆ ਖੁਦਾ ਨਾ ਖਾਸਤਾ ਤਾਂ ਸਾਡਾ 10% ਰਿਸਕ ਹੈ, 10% ਵੀ ਸਾਨੂੰ ਕਲੌਟਿੰਗ ਹੋਊਗੀ। ਅਗਰ ICU 'ਚ ਚਲੇ ਗਏ ਤਾਂ 20% ਰਿਸਕ ਹੈਗਾ। ਸੋ ਕਿਉਂ ਨਾ ਆਪਾਂ ਉਹ ਰਿਸਕ ਨੂੰ ਦੇਖੀਏ ਤੇ ਵੈਕਸੀਨੇਸ਼ਨ ਲਈਏ, ਤਾਂ ਕਿ ਸਾਡੇ ਵੀ ਇਜ਼ਰਾਈਲ ਵੱਲ ਚੰਗੇ ਦਿਨ ਆਉਣ, ਸਾਡੀ ਹਰਡ ਇਮਿਊਨਿਟੀ ਬਣੇ। ਡਾਕਟਰ ਸਾਹਿਬ, ਇਹ ਹੁਣ ਸਾਰਾ ਕੁਝ ਠੀਕ ਕਦੋਂ ਹੋਊਗਾ ਜੀ? ਹੁਣ ਵੈਕਸੀਨ ਵੀ ਆ ਗਈ, ਲੱਗਣੀ ਸ਼ੁਰੂ ਵੀ ਹੋ ਗਈ ਆ, ਕੋਈ ਅੰਦਾਜ਼ਾ ਇਹਦੇ ਬਾਰੇ ਵੀ ਆ ਸਮਰ ਤੱਕ, ਅਗਲੀ ਸਮਰ ਤੱਕ ਕਦੋਂ ਤੱਕ ਨਾਰਮਲ ਹੋ ਜੂ ਸਾਰਾ ਕੁਝ? ਦਾਅਵੇ ਦੇ ਨਾਲ, ਵਾਅਦੇ ਦੇ ਨਾਲ, ਨਿਸ਼ਚੇ ਦੇ ਨਾਲ ਪੂਰੇ ਠੋਕ ਵਜਾ ਕੇ ਕਹਿੰਦੇ ਆ ਮਿਡ ਸਮਰ ਤੱਕ ਅਸੀਂ ਬਹੁਤ ਕੁਝ ਇੱਥੇ ਕੈਨੇਡਾ ਦੇ ਵਿੱਚ ਸਕਸੈਸਫੁਲ ਹੋ ਜਾਵਾਂਗੇ। ਵਾਓ,
ਕਿਉਂਕਿ ਇਹ ਜਿਹੜੀ ਮਹਾਮਾਰੀ ਆ ਇਹ ਵੈਕਸੀਨੇਸ਼ਨ ਦੇ ਨਾਲ ਕਾਬੂ ਆ ਜਾਂਦੀ ਆ। ਇਹਦੇ ਸਾਡੇ ਕੋਲ ਪੈਮਾਨੇ ਮੌਜੂਦ ਆ ਇਜ਼ਰਾਈਲ ਤੋਂ। 15% ਇਜ਼ਰਾਈਲੀਆਂ ਨੂੰ ਨੈਚੁਰਲ ਕੋਵਿਡ ਹੋਇਆ ਤੇ 60% ਤੋਂ ਜ਼ਿਆਦਾ ਲੋਕਾਂ ਨੂੰ ਟੀਕੇ ਲੱਗੇ। ਤੇ ਜਿੱਥੇ ਉਹਨਾਂ ਦੇ 10,000 ਕੇਸਿਸ ਹੁੰਦੇ ਸੀ ਉਹ 100 ਤੋਂ ਥੱਲੇ ਚਲੇ ਗਏ। 10 ਮਹੀਨੇ 'ਚ ਕੋਈ ਮੌਤ ਨਹੀਂ ਰਿਪੋਰਟ ਹੋਈ ਹੁਣ ਪਹਿਲੀ ਵਾਰ। ਸੋ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਅਸਰ ਹੁੰਦਾ। ਹੋਰ ਵੀ ਕੰਟਰੀਜ਼ ਜਿੱਦਾਂ ਅਮਰੀਕਾ ਉੱਥੇ 200 ਮਿਲੀਅਨ ਡੋਜ਼ਸ ਲੱਗ ਚੁੱਕੇ ਆ, ਇੱਕ ਡੋਜ਼ ਲੱਗ ਚੁੱਕਿਆ, ਕਈਆਂ ਨੂੰ 2 ਡੋਜ਼ਸ ਲੱਗ ਚੁੱਕੇ ਆ। ਉੱਥੇ ਮੰਨਦੇ ਆ ਵੀ ਕੇਸਿਸ ਅਜੇ ਵੀ ਜ਼ਿਆਦਾ, ਲੇਕਿਨ ਉਹ ਥੱਲੇ ਨੂੰ ਜਾ ਰਹੇ, ਉੱਪਰ ਨੂੰ ਨਹੀਂ ਜਾ ਰਹੇ। ਸੋ ਵੈਕਸੀਨੇਸ਼ਨ ਹੈਲਪ ਕਰਦੀ ਆ। ਔਰ ਜਦੋਂ ਹਰਡ ਇਮਿਊਨਿਟੀ ਹੋ ਜਾਂਦੀ ਹੈ ਜਿਹਦੇ ਵਿੱਚ ਕਰੀਬਨ 70% ਆਵਾਮ ਨੂੰ ਟੀਕੇ ਲੱਗ ਜਾਣ ਤੇ ਬਿਮਾਰੀ ਜਿਹੜੀ ਹੈ ਨਾ ਐਪੀਡੈਮਿਕ ਜਿਹੜੀ ਮਹਾਮਾਰੀ ਉਸ ਤੋਂ ਦੱਬ ਕੇ ਐਂਡੈਮਿਕ ਚਲੀ ਜਾਂਦੀ ਹੈ। ਵੀ ਲੋ ਗ੍ਰੇਡ 'ਚ ਇੱਥੇ ਉੱਕਾ ਪੁੱਕਾ ਕੇਸਿਸ ਰਹਿ ਜਾਂਦੇ ਜਿੱਦਾਂ ਫਲੂ ਦੇ ਹੁੰਦੇ ਆ ਨਾ, ਬਟ ਹਸਪੀਟਲ ਦੇ ਉੱਤੇ ਲੋਡ ਨਹੀਂ ਪੈਂਦਾ, ICU ਨਹੀਂ ਜਾਣਾ ਪੈਂਦਾ ਔਰ ਮੌਤ ਦੀ ਦਰ 0 ਦੇ ਲੱਗੇ ਆ ਜਾਂਦੀ ਆ ਜਦੋਂ 70% ਤੋਂ ਜ਼ਿਆਦਾ ਵੈਕਸੀਨੇਸ਼ਨ ਹੋਏ। ਇਸ ਲਈ ਸਾਡੇ ਜਿਹੜੇ ਫੈਡਰਲ ਹੈਲਥ ਦੇ ਜਿਹੜੇ ਹੈਗੇ ਆ ਮਾਹਿਰ ਡਾਕਟਰ ਥਰੀਸਾ ਡੈਮ ਉਹਨਾਂ ਨੇ ਕਿਹਾ ਮਿਡ ਸਮਰ 'ਚ ਇਹ ਆਸ ਹੈਗੀ ਆ। ਸੋ ਆਉਣ ਵਾਲੇ 3-4 ਮਹੀਨੇ 'ਚ ਸਾਡੀ ਸਿਚੁਏਸ਼ਨ ਤਾਂ ਅੰਡਰ ਕੰਟਰੋਲ ਹੋ ਜਾਣੀ, ਲੇਕਿਨ ਕਾਫੀ ਦੁੱਖ ਹੁੰਦਾ ਕਿਉਂਕਿ ਹਿੰਦੁਸਤਾਨ ਆਊਟ ਆਫ ਕੰਟਰੋਲ ਇਸ ਵੇਲੇ ਜਾ ਰਿਹਾ। ਡਾਕਟਰ ਸਾਹਿਬ ਜਿਹੜਾ ਹੁਣ ਇੱਥੇ ਦੀ ਅਸੀਂ ਜਦੋਂ ਗੱਲਬਾਤ ਕਰਦੇ ਹਾਂ ਬੱਚਿਆਂ ਦੇ ਵਿੱਚ ਇਹਦੀ ਕੀ ਆ? ਇੱਕ 13 ਸਾਲ ਦੀ ਬੱਚੀ ਦੀ ਕਹਿੰਦੇ ਮੌਤ ਹੋਈ ਆ ਓਨਟਾਰੀਓ ਦੇ ਵਿੱਚ। ਬੱਚਿਆਂ ਦੇ ਉੱਤੇ ਇਹਦਾ ਕੋਈ ਅਸਰ ਦੇਖਣ ਨੂੰ ਮਿਲ ਰਿਹਾ? ਦੇਖੋ ਜਿਹੜੇ ਨਾ ਰੂਪਾਂਤਰ ਆ ਵੇਰੀਐਂਟ ਆ ਇਹ ਯੂਥ ਦੇ ਵਿੱਚ ਵੀ ਅਸੀਂ ਦੇਖਦੇ ਆ ਵੀ ਥੋੜੇ ਐਡਮਿਟਡ ਹੈਗੇ ICUs 'ਚ ਵੱਖ-ਵੱਖ ਉਮਰ ਦੇ, ਕੋਈ 19 ਸਾਲ ਦਾ, ਕੋਈ 21 ਸਾਲ ਦਾ, ਕੋਈ 25 ਸਾਲ ਦਾ, ਜਿਹੜੇ ਬਿਲਕੁਲ ਠੀਕ ਸੀ ਔਰ ਇਹ ਪਾਰਟੀਆਂ ਨਹੀਂ ਕਰ ਰਹੇ ਸੀ। ਇਹ ਵਿਚਾਰੇ ਕੰਮੇ ਆ ਜਿਹੜੇ ਫਰੰਟ ਲਾਈਨ 'ਚ ਕੰਮ ਕਰਦੇ ਆ ਹਨਾ, ਮਜਬੂਰੀ ਆ, ਸੰਯੁਕਤ ਪਰਿਵਾਰ 'ਚ ਰਹਿੰਦੇ ਆ, ਪੇਸਮੈਂਟਾਂ 'ਚ ਰਹਿੰਦੇ ਜਿੱਥੇ ਭੀੜ ਹੈਗੀ ਆ। ਔਰ ਸੇਮ ਸਿਚੁਏਸ਼ਨ ਅਸੀਂ ਦੇਖੀ ਹੋਰ ਪਾਸੇ ਪ੍ਰੋਵਿੰਸਿਸ 'ਚ। ਸੋ ਇਹ ਬਹੁਤਾ ਕਰਕੇ ਜਿਹੜਾ ਹੈਗਾ ਯੂਥ ਯੰਗ ਐਡਲਟਸ ਨੂੰ ਨਹੀਂ ਅਫੈਕਟ ਕਰਦਾ, ਲੇਕਿਨ ਜਿਹੜੇ ਰੂਪਾਂਤਰ ਆ ਖਾਸ ਕਰਕੇ ਸਾਡੇ ਇੱਥੇ BC 'ਚ ਜਿਹੜਾ P1 ਆ ਬ੍ਰਾਜ਼ੀਲ ਦਾ ਉਹ ਬਹੁਤ ਜ਼ਿਆਦਾ, ਘੱਟ ਤੋਂ ਘੱਟ 50 ਤੋਂ 60% ਤੋਂ ਜ਼ਿਆਦਾ ਕੇਸਿਸ ਉਹਦੇ ਹੀ ਹੁੰਦੇ ਜਦੋਂ ਆਪਾਂ ਚੈੱਕ ਕਰੀਏ। ਔਰ ਜਿਹੜਾ ਹਿੰਦੁਸਤਾਨ ਦਾ ਸੀ ਡਬਲ ਮਿਊਟੈਂਟ ਉਹਦੇ ਕਰੀਬਨ 39 ਕੇਸਿਸ ਸੀ ਜਿਹੜੇ ਪਹਿਲਾਂ ਡਿਸਕਲੋਜ਼ ਕੀਤੇ। ਹੁਣ ਕਿੰਨੇ ਆ ਮੈਨੂੰ ਨਹੀਂ ਪਤਾ, ਲੇਕਿਨ ਉਹ ਸਾਰੇ ਆਈਸੋਲੇਟ ਕੀਤੇ ਗਏ ਆ। ਇਸ ਲਈ ਅਗਰ ਆਪਾਂ ਗੁੱਡ ਨਿਊਜ਼ ਦੇਖੀਏ, ਜਿਹੜੇ ਰੈਸੀਡੈਂਸ਼ੀਅਲ ਕੇਅਰ ਹੋਮ 'ਚ ਸਾਡੇ ਬਜ਼ੁਰਗ ਸਨ ਉਹਨਾਂ ਨੂੰ ਸਾਰਿਆਂ ਨੂੰ 2 ਟੀਕੇ ਲੱਗ ਚੁੱਕੇ। ਹੁਣ ਇਸ ਵੇਲੇ ਤੁਸੀਂ ਦੇਖੋ ਕੋਈ ਵੀ ਬਜ਼ੁਰਗ ਇਸ ਵੇਲੇ ਹਸਪੀਟਲ 'ਚ ਐਡਮਿਟ ਨਹੀਂ ਆ, ICU 'ਚ ਨਹੀਂ ਆ। ਸੋ ਚੰਗੀਆਂ ਗੱਲਾਂ ਹੈਗੀਆਂ ਵੀ 2 ਟੀਕਿਆਂ ਦੇ ਬਾਅਦ ਉਹਦਾ ਅਸਰ ਅਸੀਂ ਪੋਜ਼ਿਟਿਵ ਦੇਖ ਰਹੇ ਹਾਂ। ਤੇ ਡਾਕਟਰ ਸਾਹਿਬ ਇਹਦਾ ਜਿਹੜੀ ਵੈਕਸੀਨੇਸ਼ਨ ਆ ਇਹ ਕਿਹਨਾਂ ਨੂੰ ਅਵੋਇਡ ਕਰਨੀ ਚਾਹੀਦੀ ਕਿ ਸਾਰਿਆਂ ਨੂੰ ਲਵਾ ਲੈਣੀ ਚਾਹੀਦੀ? ਕੋਈ ਪ੍ਰੈਗਨੈਂਟ ਆ, ਕੋਈ ਬ੍ਰੈਸਟ ਫੀਡ ਕਰ ਰਿਹਾ, ਕੋਈ ਹੋਰ ਸਿਚੁਏਸ਼ਨ ਦੇ ਵਿੱਚ ਆ, ਕੋਈ ਜ਼ਿਆਦਾ ਕਿਸੇ ਨੂੰ ਕਿਡਨੀ ਦੀ ਪ੍ਰੋਬਲਮ ਆ ਜਾਂ ਅਸਥਮਾ ਆ, ਇਹਦਾ ਕੋਈ ਹੁੰਦਾ ਜੀ? ਨਹੀਂ, ਸਾਰਿਆਂ ਨੂੰ ਲਾਉਣੀ ਚਾਹੀਦੀ ਆ। ਔਰ ਸਾਡੀ ਜਿਹੜੀ ਮੈਡੀਕਲ ਫੈਕਲਟੀ ਆ, ਸਾਡੀ BC ਦੀ ਜਿਹੜੀ ਸੁਸਾਇਟੀਜ਼ ਹੈਗੀਆਂ, ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਔਰ ਜਿਹੜੀ ਰਿਪਰੋਡਕਟਿਵ ਹੈਲਥ ਦੀ ਸੁਸਾਇਟੀ ਫॉर ਗਾਇਨੋਕੋਲੋਜੀ ਐਂਡ ਆਬਸਟੀਸ਼ਨ ਆਫ ਕੈਨੇਡਾ, ਉਹ ਸਾਰਿਆਂ ਨੇ ਐਂਡੋਰਸ ਕੀਤਾ ਵੀ ਜਿਹੜੀ ਮਾਵਾਂ ਆਪਣਾ ਦੁੱਧ ਚੁੰਘਾ ਰਹੀਆਂ ਉਹ ਵੀ ਲਾ ਸਕਦੀਆਂ, ਜਿਹੜੀ ਪ੍ਰੈਗਨੈਂਟ ਹੈ ਉਹ ਵੀ ਲਾ ਸਕਦੀਆਂ। ਐਕਚੁਅਲੀ ਜਦੋਂ ਪ੍ਰੈਗਨੈਂਸੀ ਹੁੰਦੀ ਆ ਅਗਰ ਉਹਨਾਂ ਨੂੰ ਕੋਵਿਡ ਹੋਏ ਤੇ ਉਹਨਾਂ ਦੇ ਰਿਸਕ ਜ਼ਿਆਦਾ ਹੁੰਦੇ ਆ ਹਸਪੀਟਲਾਈਜੇਸ਼ਨ ਦੇ, ICU ਜਾਣ ਦੇ। ਸੋ ਇਸ ਵੇਲੇ ਕੁਝ ਔਰਤਾਂ ਜਿਹੜੀ ਪ੍ਰੈਗਨੈਂਟ ਹੈਗੀਆਂ ਜਿਹਨਾਂ ਨੂੰ ਟੀਕਾ ਨਹੀਂ ਲੱਗਿਆ ਹਸਪੀਟਲ 'ਚ ਦਾਖਲ ਵੀ ਜੋ, ਕਿਉਂਕਿ ਆਲਰੇਡੀ ਉਹਨਾਂ ਦਾ ਪ੍ਰੈਗਨੈਂਸੀ ਦਾ ਲੋਡ ਆ, ਉੱਤੋਂ ਵਾਇਰਸ ਨੇ ਉਹਨਾਂ ਨੂੰ ਦੁਖੀ ਕੀਤਾ। ਕਿਉਂਕਿ ਜਿਹੜਾ ਯੂਟਰਸ ਹੈ ਪ੍ਰੈਸ ਕਰਦਾ ਤੁਹਾਡੇ ਲੰਗਸ 'ਚ, ਤੁਹਾਡੀ ਉਹਦਾ ਲੰਗਸ ਦੀ ਕੈਪੈਸਿਟੀ ਥੋੜੀ ਘੱਟ ਹੁੰਦੀ ਹੈ। ਦੂਜਾ ਜਿਹੜਾ ਬੋਡੀ ਦਾ ਇਮਿਊਨ ਸਿਸਟਮ ਆ ਉਹ ਇੰਨਾ ਸਟਰੋਂਗ ਨਹੀਂ ਹੁੰਦਾ, ਕਿਉਂਕਿ ਜਦੋਂ ਉਹਨੇ ਨਵਾਂ ਬੇਬੀ ਆ ਉਹਨੂੰ ਆਪਣੇ ਨੂੰ ਐਕਸੈਪਟ ਕਰਨਾ ਤੇ ਇਮਿਊਨ ਸਿਸਟਮ ਨੂੰ ਥੋੜੇ ਲੋ ਤੇ ਰੱਖਿਆ ਹੁੰਦਾ ਬੋਡੀ ਨੇ। ਸੋ ਇਸ ਲਈ ਉਹ ਸਾਰਿਆਂ ਨੂੰ ਲਾਉਣੇ ਚਾਹੀਦੇ ਟੀਕੇ। ਸੋ ਇਸ ਵੇਲੇ ਕੋਈ ਕਾਉਂਟਰ ਇੰਡੀਕੇਸ਼ਨ ਨਹੀਂ ਹੈ। ਤੁਹਾਨੂੰ ਪਤਾ ਅੱਜ ਤੋਂ ਮਹੀਨਾ ਪਹਿਲਾਂ 3 ਲੱਖ ਤੋਂ ਜ਼ਿਆਦਾ ਬ੍ਰਿਟਿਸ਼ ਕੋਲੰਬੀਅਨ ਜਿਨ੍ਹਾਂ ਨੂੰ ਕ੍ਰੋਨਿਕ ਹੈਲਥ ਪ੍ਰੋਬਲਮ, ਕੈਂਸਰ ਇਤਿਆਦਿ ਸੀ, ਉਹਨਾਂ ਨੂੰ ਚਿੱਠੀਆਂ ਪਾਈਆਂ ਗਈਆਂ ਵੀ ਤੁਹਾਡੀ ਏਜ ਦਾ ਫੈਕਟਰ ਨਹੀਂ ਹੈ, ਤੁਸੀਂ ਜਾ ਕੇ ਟੀਕਾ ਲਾਓ ਤਾਂ ਕਿ ਤੁਹਾਨੂੰ ਸੁਰੱਖਿਆ ਮਿਲੇ। ਔਰ ਕੋਵਿਡ ਦੇ ਟੀਕੇ ਦੇ ਨਾਲ ਤੁਹਾਨੂੰ ਕੋਵਿਡ ਤੋਂ ਸੁਰੱਖਿਆ ਮਿਲੂਗੀ, ਹੋਰ ਬਿਮਾਰੀਆਂ ਤੋਂ ਨਹੀਂ ਮਿਲੂਗੀ। ਇਹ ਭੰਬਲ ਭੂਸੇ 'ਚ ਨਾ ਪਇਓ ਵੀ ਸਾਰੇ ਬਿਮਾਰੀਆਂ ਤੋਂ ਨਿਕਤ ਹੋ ਜਾਣਗੇ। ਸਿਰਫ ਕੋਵਿਡ ਦਾ ਟੀਕਾ ਤੁਹਾਨੂੰ ਕੋਵਿਡ ਤੋਂ ਬਚਾਊਗਾ। ਡਾਕਟਰ ਸਾਹਿਬ ਜਿਹੜਾ ਅਮਰੀਕਾ ਦੇ ਵਿੱਚ ਵੀ ਤੇਜ਼ੀ ਨਾਲ ਲੱਗ ਰਹੀ ਹੈ ਇਸ ਵੇਲੇ, ਆਪਣੇ ਕੈਨੇਡਾ ਦੇ ਵਿੱਚ ਵੀ ਲੱਗ ਰਹੀ ਹੈ, ਕਿੰਨੇ ਕੁ % ਨੂੰ ਲੱਗਣੀ ਚਾਹੀਦੀ ਹੈ? ਜਾਂ ਇਜ਼ਰਾਈਲ ਦੇ ਵਿੱਚ ਕੀ ਹੋਇਆ ਉੱਥੇ ਜੀ ਤਾਂ ਅਸੀਂ ਠੀਕ ਠਾਕ ਹੋ ਜਾਵਾਂਗੇ ਜੀ? ਇਜ਼ਰਾਈਲ ਦਾ ਜਿਹੜਾ ਮਾਡਲ ਆ ਉਹ ਵਰਲਡ ਦੇ ਲਈ ਬਹੁਤ ਵਧੀਆ ਮਾਡਲ ਆ। ਉਹਨਾਂ ਨੇ ਮੋਸਟਲੀ ਆਪਾਂ ਕਹੀਏ 15% ਉਹਨਾਂ ਦੇ ਆਵਾਮ ਨੂੰ ਨੈਚੁਰਲ ਇਨਫੈਕਸ਼ਨ ਹੋਇਆ ਸੀ। ਸਾਡੇ ਇੱਥੇ ਵੀ 1.1 ਜਾਂ 1.2 ਮਿਲੀਅਨ ਕੇਸਿਸ ਤਾਂ ਹੋ ਚੱਲੇ ਲਗਭਗ 38 ਮਿਲੀਅਨ ਤੋਂ ਕਹੀਏ ਤੇ ਕਰੀਬਨ 10-12% ਨੂੰ ਨੈਚੁਰਲ ਇਨਫੈਕਸ਼ਨ ਹੋ ਗਿਆ। ਤੇ ਕਰੀਬਨ ਉਹਨਾਂ ਨੇ 70% ਲੋਕਾਂ ਨੂੰ ਟੀਕੇ ਲਾਏ। ਉਹਨਾਂ ਨੇ ਘਰੋਂ ਘਰ ਜਾ ਕੇ ਵੀ ਟੀਕੇ ਲਾਏ, ਮੌਲਾਂ ਦੇ ਵਿੱਚ ਵੀ ਟੀਕੇ ਲਾਏ, ਜਿਹੜਾ ਆ ਗਿਆ ਟੀਕਾ ਲਵਾਉਣ ਲਾ ਦਿਓ, ਹੈ ਨਾ। ਹੋਰ ਤਾਂ ਹੋਰ ਉਹਨਾਂ ਨੇ ਗਾਈਡਲਾਈਨਸ ਵੀ ਉਲੰਘਣਾ ਕੀਤੀਆਂ ਵੀ ਬੱਚਿਆਂ ਨੂੰ ਵੀ ਲਾਤੇ 12 ਸਾਲ ਤੋਂ ਉੱਤੇ, ਦੇਖੀ ਜਾਊਗੀ ਕੋਈ ਸਾਈਡ ਇਫੈਕਟ ਨਹੀਂ ਹੋਇਆ।
ਉਹਦੇ ਉੱਤੇ ਰਿਸਰਚ ਤਾਂ ਹੋ ਰਹੀ ਹੈ। ਫਾਈਜ਼ਰ ਕਹਿ ਰਿਹਾ ਵੀ ਬਹੁਤ ਵਧੀਆ, ਮੋਡਰਨਾ ਵੀ ਕਹਿ ਰਿਹਾ ਬਹੁਤ ਵਧੀਆ, ਲੇਕਿਨ ਹੈਲਥ ਕੈਨੇਡਾ ਉਹਨੂੰ ਰਿਵਿਊ ਕਰ ਰਿਹਾ। ਰਿਵਿਊ ਕਰਕੇ ਮੈਨੂੰ ਲੱਗਦਾ ਬੱਚਿਆਂ ਦੀ ਵਾਰੀ ਵੀ ਆ ਜਾਣੀ ਹੈ ਨਾ, ਜਦੋਂ ਰਿਸਰਚ ਸਾਹਮਣੇ ਆ ਗਈ। ਸੋ ਉਹਦੇ ਕਰਕੇ ਹੁਣ ਉਹ ਤਾਂ ਮਾਸਕ ਵੀ ਨਹੀਂ ਪਾਉਂਦੇ ਇਜ਼ਰਾਈਲ ਦੇ ਵਿੱਚ, ਉਹਨਾਂ ਦੇ ਵਿੱਚ ਸਾਰਾ ਕੁਝ ਖੁੱਲਿਆ ਪਿਆ। ਸੋ ਇਹ ਜਨ ਜੀਵਨ ਜਿਹੜਾ ਹੈਗਾ ਸਾਡਾ ਜ਼ਰੂਰ ਖੁੱਲੂਗਾ ਮਿਡ ਸਮਰ 'ਚ, ਜਿੱਦਾਂ ਡਾਕਟਰ ਥਰੀਸਾ ਟਾਈਮ ਕਹਿੰਦੇ ਆ। ਦੂਜਾ ਮਾਡਲ ਹੈਗਾ ਨਿਊਜ਼ੀਲੈਂਡ ਮਾਡਲ। ਤੁਸੀਂ ਦੇਖੋ ਪਹਿਲੀ ਵੇਵ ਤੋਂ ਬਾਅਦ ਉੱਥੇ ਕੋਈ ਪਰੇਸ਼ਾਨੀ ਨਹੀਂ ਆਈ, ਲੇਕਿਨ ਉਹ ਬੜੇ ਸਟ੍ਰਿਕਟ ਰਹੇ। ਉਹਨਾਂ ਨੇ ਕਿਸੇ ਨੂੰ ਵੜਨ ਨਹੀਂ ਦਿੱਤਾ ਆਪਣੀ ਕੰਟਰੀ 'ਤੇ, ਬਾਰਡਰ ਉਹਨਾਂ ਨੇ ਸੀਲ ਰੱਖੇ। ਆਸਟ੍ਰੇਲੀਆ 'ਚ ਸੈਕਿੰਡ ਵੇਵ ਥੋੜੀ ਆਈ, ਲੇਕਿਨ ਉਹਦੇ ਬਾਅਦ ਉਹਨਾਂ ਨੇ ਸਖਤੀ ਵਰਤੀ ਜਿਹੜੀ ਸਿਟੀਜ਼ 'ਚ ਹੋ ਰਿਹਾ ਸੀ। ਇਸ ਵੇਲੇ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਆਪਸ 'ਚ ਮਿਲਣ ਜੁਲਣ ਦੀ ਕੋਸ਼ਿਸ਼ ਕਰ ਰਹੇ, ਕਿਉਂਕਿ ਬਹੁਤ ਸਾਰੇ ਲੋਕੀ ਸਕੀਇੰਗ ਵਾਸਤੇ ਨਿਊਜ਼ੀਲੈਂਡ ਜਾਂਦੇ ਆ। ਉੱਥੇ ਹੁਣ ਪਤਝੜ ਦਾ ਸਰਦ ਰੁੱਤ ਦਾ ਮੌਸਮ ਸ਼ੁਰੂ ਹੋ ਜਾਣਾ, ਜ਼ਿਆਦਾ ਸਾਡੇ ਇੱਥੇ ਸਪਰਿੰਗ ਔਰ ਸਮਰ ਆ ਰਿਹਾ, ਰਿਵਰਸ ਹੁੰਦਾ। ਸੋ ਆਪਸ 'ਚ ਉਹ ਗੱਲਾਂ ਕਰ ਰਹੇ ਆ। ਸੋ ਉੱਦਾਂ ਸਾਡਾ ਔਰ ਅਮਰੀਕਾ ਦਾ ਬਾਰਡਰ ਖੁੱਲ੍ਹਣ ਦੀ ਚਾਂਸਿਸ ਵੀ ਹੈਗੀ ਆ, ਲੇਕਿਨ ਸਾਨੂੰ ਸਾਰਿਆਂ ਨੂੰ ਟੀਕਾਕਰਨ ਕਰਨਾ ਚਾਹੀਦਾ। ਸਾਨੂੰ ਇਹ ਨਹੀਂ ਦੇਖਣਾ ਚਾਹੀਦਾ, ਟੀਕਾਕਰਨ ਦੇ ਬੈਨੀਫਿਟ ਆਊਟਵੇ ਕਰਦੇ ਆ ਵੀ ਅਗਰ ਕੋਈ ਉਹਦੀ ਸਾਈਡ ਇਫੈਕਟ ਵੀ ਹੁੰਦਾ ਤਾਂ। ਡਾਕਟਰ ਸਾਹਿਬ, ਜਿਹੜਾ ਹੁਣ ਕੋਵਿਡ ਇੱਥੇ ਇਸ ਵੇਲੇ ਸਾਡੇ ਕੋਲ ਹੈਗਾ, ਇਹ ਵੈਕਸੀਨ ਲੱਗ ਗਈ, ਇਹਦੇ ਨਾਲ ਅਸੀਂ ਆਸ ਕਰਦੇ ਹਾਂ ਵੀ ਮਿਡ ਸਮਰ ਤੱਕ ਠੀਕ ਹੋ ਜਾਊਗਾ ਜੇ ਵੈਕਸੀਨੇਸ਼ਨ ਹੋ ਜਾਂਦੀ ਹੈ। ਹੁਣ ਕਹਿੰਦੇ ਜਿਹੜੇ ਇਹਦੇ ਰੂਪ ਬਦਲੀ ਜਾਂਦਾ, ਇਹਦਾ ਕੋਈ ਹੋਰ ਵੇਰੀਐਂਟ ਆ ਗਿਆ, ਮਿਊਟੇਸ਼ਨ ਹੋ ਗਈ, ਕਿਤੇ ਇੱਦਾਂ ਤਾਂ ਨਹੀਂ ਹੋਊਗਾ ਵੀ ਉਸ ਵੇਲੇ ਜਾ ਕੇ ਕਹਿ ਦੇਣ ਜੀ ਉਹ ਪਹਿਲਾਂ ਤਾਂ ਨਿਬੜ ਗਿਆ, ਹੁਣ ਇਹ ਨਵਾਂ ਹੋਰ ਸ਼ੁਰੂ ਹੋ ਗਿਆ? ਦੇਖੋ, ਫਾਈਜ਼ਰ ਨੇ ਆਲਰੇਡੀ ਕਿਹਾ ਵੀ 2 ਟੀਕੇ ਜਿਹੜੇ ਹੈਗੇ ਆ, ਉਸ ਤੋਂ ਬਾਅਦ ਤੀਜਾ ਤੁਹਾਨੂੰ 12 ਮਹੀਨੇ 'ਚ ਲਾਉਣਾ। ਸਾਡੇ ਬਹੁਤਿਆਂ ਦੇ 1-1 ਟੀਕੇ ਲੱਗੇ ਆ, 2-2 ਦੀ ਵਾਰੀ ਅਜੇ ਆਉਣੀ ਹੈ ਨਾ। ਉਹਦੇ ਬਾਅਦ ਆਲਰੇਡੀ ਸਾਡੇ ਜਿਹੜੇ ਪ੍ਰੋਕਿਊਰਮੈਂਟ ਮਿਨਿਸਟਰ ਹੈਗੇ ਅਨੀਤਾ ਆਨੰਦ ਜੀ, ਉਹਨਾਂ ਨੇ 2022-2023 ਵਾਸਤੇ ਵੀ ਡਾਊਨ ਪੇਮੈਂਟ ਦਿੱਤੀ ਹੈ ਫਾਈਜ਼ਰ ਨੂੰ, ਵੀ ਸਾਨੂੰ ਇੰਨੇ ਸਿਕਿਉਰ ਡੋਜ਼ਸ ਚਾਹੀਦੇ ਆ। ਦੂਜੀ ਗੱਲ ਇਹ ਹੋਊਗਾ ਵੀ ਜਿੱਦਾਂ ਹੁਣ ਸਾਊਥ ਅਫਰੀਕਾ 'ਚ ਜ਼ਿਆਦਾ ਸਾਊਥ ਅਫਰੀਕਨ ਵੇਰੀਐਂਟ ਚੱਲ ਰਿਹਾ, ਸੋ ਸ਼ਾਇਦ ਕੰਪਨੀਆਂ ਉਸ ਵੇਰੀਐਂਟ ਦੇ ਅਗੇਂਸਟ ਟੀਕਾ ਬਣਾਉਣਗੀਆਂ, ਕਿਉਂਕਿ ਇਹ ਤਾਂ ਜੈਨੇਟਿਕ ਕੋਡਿੰਗ ਦੇ ਉੱਤੇ ਹੁੰਦਾ ਨਾ, ਕਿਹੜੇ ਜਿਹੜੇ ਹੈਗੇ ਆ ਬੇਸ ਪੇਅਰ ਜਿਹੜੇ ਹੈਗੇ ਆ ਆਊਟ ਆਫ ਕੰਟਰੋਲ ਹੋਇਆ। ਬ੍ਰਾਜ਼ੀਲ 'ਚ ਬ੍ਰਾਜ਼ੀਲੀਅਨ ਬਣੂਗਾ, ਹਿੰਦੁਸਤਾਨ 'ਚ ਜਿਹੜਾ ਡਬਲ ਮਿਊਟੈਂਟ ਆ ਉਹਦੇ ਉੱਤੇ ਸ਼ਾਇਦ ਬਣੂਗਾ, ਹੈ ਨਾ। ਲੇਕਿਨ ਇਹ ਜਿਹੜੀਆਂ ਗੱਲਾਂ ਹੈਗੀਆਂ ਗਾਂ ਦੀਆਂ ਹੈਗੀਆਂ, ਰਿਸਰਚ ਦੀਆਂ। ਪਹਿਲਾ ਫੇਜ਼ ਤੇ ਇਹ ਹੈਗਾ ਵੀ ਜਿਹੜਾ ਇਜ਼ਰਾਈਲ ਨੇ ਕੀਤਾ, ਜਿਹੜਾ ਹੋਰ ਕੰਟਰੀਆਂ ਨੇ ਵੀ ਕੀਤਾ, ਅਸੀਂ ਹਰਡ ਇਮਿਊਨਿਟੀ ਕ੍ਰੀਏਟ ਕਰਕੇ ਇਹਨੂੰ ਥੱਲੇ ਲੈ ਕੇ ਜਾਈਏ ਤਾਂ ਕਿ ਸਾਡਾ ਜਨ ਜੀਵਨ ਫੇਰ ਨਾਰਮਲ ਵਾਂਗਰ ਹੋਵੇ, ਹਸਪੀਟਲ ਐਡਮਿਸ਼ਨਸ ਘਟਣ, ICU ਐਡਮਿਸ਼ਨ ਘਟਣ ਤੇ ਡੈਥ ਘਟੇ। ਤੇ ਇਹ ਕੈਨੇਡਾ ਦੇ ਵਿੱਚ ਆਪਾਂ ਮੰਨ ਲੈਂਦੇ ਕਿ ਮਿਡ ਸਮਰ ਤੱਕ ਸਾਰਾ ਕੁਝ ਠੀਕ ਠਾਕ ਹੋ ਜਾਊਗਾ। ਦੁਨੀਆ ਦੇ ਬਹੁਤ ਸਾਰੇ ਦੇਸ਼ ਆ ਜਿੱਥੇ ਅਜੇ ਲੱਗੀ ਨਹੀਂ, ਬਹੁਤ ਸਾਰੀਆਂ ਕੰਟਰੀਜ਼ ਆ ਜਿੱਥੇ ਵੈਕਸੀਨੇਸ਼ਨ ਅਜੇ ਉਨੇ ਤੇਜ਼ੀ ਨਾਲ ਹੋ ਨਹੀਂ ਰਹੀ ਜੀ। ਦੁਨੀਆ ਦਾ ਸੀਨ ਕਿੱਦਾਂ ਦਾ ਲੱਗਦਾ ਜੀ? ਪੂਰਾ ਸਾਰਾ ਕੁਝ ਦੁਨੀਆ ਦਾ ਸੀਨ ਮਾੜਾ ਇਸ ਵੇਲੇ। ਕਰੀਬਨ 2 ਸਾਲ ਹੋਰ ਲੱਗਣਗੇ ਇਸ ਮਹਾਮਾਰੀ ਨੂੰ ਰੈਸਟ ਆਫ ਦਾ ਵਰਲਡ ਤੋਂ ਜਾਣ ਵਾਸਤੇ। ਕੱਲ ਪਰਸੋਂ ਮੈਂ ਸਾਂਝਾ ਕੀਤਾ ਸੀ 1 ਬਿਲੀਅਨ ਡੋਜ਼ਸ ਇੱਕ ਤਾਂ ਲੱਗ ਚੁੱਕੇ ਆ ਵੱਖ-ਵੱਖ ਕੰਟਰੀ 'ਚ। ਲੇਕਿਨ ਅਗਰ ਆਪਾਂ ਦੇਖੀਏ ਬਹੁਤ ਵੱਡੀ ਮਾਤਰਾ 'ਚ ਅਮਰੀਕਾ 'ਚ, ਚਾਈਨਾ 'ਚ, ਰਸ਼ੀਆ 'ਚ, ਇੰਡੀਆ ਔਰ G7 ਕੰਟਰੀਜ਼ 'ਚ ਲੱਗੇ। ਤੇ ਬਾਕੀ ਵੀ ਤੇ ਮੁਲਕ ਹੈਗੇ ਆ, ਔਰ ਬਹੁਤ ਸਾਰੀ ਜਿਹੜੀ ਆਬਾਦੀ ਹੈਗੀ ਆ ਗਰੀਬ ਮੁਲਕਾਂ 'ਚ ਹੈਗੀ ਆ। ਕਰੀਬਨ ਸਾਡੀ ਆਲਮੋਸਟ 7.8 ਬਿਲੀਅਨ ਆਬਾਦੀ ਆ। ਸੋ ਅਗਰ ਆਪਾਂ ਕਹੀਏ 1 ਮਿਲੀਅਨ ਤਾਂ ਇੱਕ ਡੋਜ਼ ਆ, 2-2 ਡੋਜ਼ ਤਾਂ ਬਹੁਤ ਘੱਟ ਲੱਗੇ ਆ ਜੇ, ਹੈ ਨਾ। ਸੋ ਇਸ ਲਈ ਇਹਨੂੰ ਟਾਈਮ ਲੱਗਣਾ ਕੈਚਅਪ 'ਚ। ਕੈਨੇਡਾ ਨੇ ਵਾਅਦਾ ਵੀ ਕੀਤਾ ਵੀ ਜਿਹੜਾ ਸਰਪਲਸ ਟੀਕੇ ਆ, ਦੇਖੋ ਅਸੀਂ 38 ਮਿਲੀਅਨ ਦੀ ਸਾਡੀ ਕੰਟਰੀ ਆ, ਲੇਕਿਨ ਘੱਟ ਤੋਂ ਘੱਟ ਅਸੀਂ 400 ਮਿਲੀਅਨ ਡੋਜ਼ਸ ਵਾਸਤੇ ਆਰਡਰ ਦਿੱਤੇ ਹੋਏ ਆ। ਸੋ ਬਾਕੀ ਜਿਹੜਾ ਰਹਿੰਦਾ ਅਸੀਂ ਭੇਜਾਂਗੇ ਦੂਜੀ ਕੰਟਰੀਆਂ ਨੂੰ ਇੱਕ ਕੰਪੈਸ਼ਨੇਟ ਗਰਾਊਂਡ 'ਚ। ਔਰ ਮੇਰੇ ਖਿਆਲ ਨਾਲ ਅਮਰੀਕਾ ਜਾਂ G7 ਕੰਟਰੀਜ਼ ਵੀ ਹੈਲਪ ਕਰਨਗੀਆਂ। ਔਰ WHO ਦੇ ਵਿੱਚ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਰਾਈਟ ਆਨਰੇਬਲ ਜਸਟਿਨ ਟਰੂਡੋ ਵੀ ਇਨਵੋਲਵ ਹੈਗੇ ਆ, ਜਿਹੜੇ ਵੈਕਸੀਨ ਡਿਸਟ੍ਰੀਬਿਊਸ਼ਨ ਜਿਹੜੀ ਅੰਡਰ ਪ੍ਰਿਵਿਲੇਜਡ ਅੰਡਰ ਸਰਵਿਸ ਕੰਟਰੀਜ਼ ਆ ਉਹਨੂੰ ਦੇਣ ਵਾਸਤੇ। ਡਾਕਟਰ ਸਾਹਿਬ, ਇਹਦੇ ਵਿੱਚ ਤਾਂ ਆਕਸੀਜਨ ਬਹੁਤ ਹੁਣ ਚਰਚਾ ਦਾ ਵਿਸ਼ਾ ਬਣੀ ਹੈ ਕਈ ਪੱਖ ਤੋਂ ਕੋਵਿਡ ਦੇ ਵਿੱਚ। ਜਦੋਂ ਸਾਨੂੰ ਕੋਵਿਡ ਹੋ ਜਾਂਦਾ, ਆਕਸੀਜਨ ਦਾ ਲੈਵਲ ਘਟ ਗਿਆ, ਇਹ ਕਿੱਥੋਂ ਪਤਾ ਲੱਗਦਾ? ਕੀ ਇਹਨੂੰ ਘਰ 'ਚ ਦੇਖਿਆ ਜਾ ਸਕਦਾ? ਕੀ ਇਹਦਾ ਕੋਈ ਘਰ ਦਾ ਇਲਾਜ ਹੈਗਾ ਵੀ ਬੰਦੇ ਦੀ ਆਕਸੀਜਨ ਵਧੀ ਰਵੇ ਜਾਂ ਕੁਛ ਇਦਾਂ ਦਾ ਹੋ ਸਕਦਾ ਜੀ? ਦੇਖੋ, ਹਿੰਦੁਸਤਾਨ ਦੇ ਵਿੱਚ ਤੁਸੀਂ ਆਮ ਦੇਖ ਰਹੇ ਹੋ ਵੀ ਜਿਹੜਾ ਐਂਬੂਲੈਂਸ ਉਹਦੇ ਸਿਲੰਡਰ ਨਹੀਂ ਹੈਗੇ ਆਕਸੀਜਨ ਦੇ। ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਵਰਸਸ ਪ੍ਰਧਾਨ ਮੰਤਰੀ ਮੋਦੀ ਜੀ ਦਾ ਬਹਿਸ ਚੱਲ ਰਿਹਾ, ਕਿਉਂਕਿ ਦਿੱਲੀ 'ਚ ਕੋਈ ਪਲਾਂਟ ਨਹੀਂ ਹੈਗਾ ਆਕਸੀਜਨ ਦਾ, ਬਾਹਰੋਂ ਆਉਂਦੇ ਆ ਨਾ। ਹੁਣ ਆਕਸੀਜਨ ਆਕਸੀਮੈਟਰੀ ਕਰਕੇ ਹੁੰਦਾ, ਪਲਸ ਆਕਸੀਮੈਟਰੀ, ਉਹ ਸਾਨੂੰ ਅਟੇ ਸਟੇ ਦੱਸ ਸਕਦਾ। ਜਿਹੜਾ ਹਸਪੀਟਲਾਂ 'ਚ ਹੈਗਾ ਉਹ ਬਹੁਤ ਰਿਲਾਇਬਲ ਹੈਗਾ। ਕਰੀਬਨ 92 ਤੋਂ ਉੱਤੇ ਹੋਏ ਤੇ ਅਸੀਂ ਕਹਿੰਦੇ ਆ ਵੀ ਠੀਕ ਆ, 92 ਤੋਂ ਥੋੜ੍ਹਾ ਥੱਲੇ ਹੋਏ ਤੇ ਫਿਰ ਅਸੀਂ ਕਹਿੰਦੇ ਆ ਵੀ ਹਾਲਾਤ ਥੋੜ੍ਹੇ ਜਿਹੇ ਮਾੜੇ ਆ, ਹੈ ਨਾ। ਲੇਕਿਨ ਮੈਨੂੰ ਜਿਹੜੀ ਰਿਪੋਰਟਸ ਇੰਡੀਆ ਤੋਂ ਆਈਆਂ, ਉਹਨਾਂ ਨੇ ਆਕਸੀਮੀਟਰ ਹਾਈ ਕੁਆਲਿਟੀ ਦੇ ਲਿੱਤੇ 50s ਤੇ ਸੀ। ਸੋ ਮਤਲਬ ਵਾਕਈ ਉਹਨਾਂ ਦਾ ਆਕਸੀਜਨੇਸ਼ਨ ਨਹੀਂ ਹੋ ਰਿਹਾ ਸੀ। ਔਰ ਜਿਹੜਾ ਕੋਵਿਡ ਜਦੋਂ ਹੁੰਦਾ ਔਰ ਸਾਡੇ ਜਿਹੜੀ ਸਾਹ ਦੀ ਨਾਲੀਆਂ ਉਹਨਾਂ ਦੇ ਵਿੱਚ ਸੋਜ ਕਰਦਾ, ਸਾਡੇ ਐਲਵਿਊਲਾ ਜਿੱਥੋਂ ਆਕਸੀਜਨ ਜਾਣਾ ਉਹਦੇ 'ਚ ਥੋੜ੍ਹਾ ਫਲੂਇਡ ਕਰਦਾ, ਸੋਜਿਸ਼ ਕਰਦਾ, ਇਨਫਲੇਮੇਸ਼ਨ ਕਰਦਾ, ਇਸ ਲਈ ਆਕਸੀਜਨੇਸ਼ਨ ਨਹੀਂ ਹੁੰਦਾ। ਮਤਲਬ ਆਕਸੀਜਨ ਅੰਦਰ ਨਹੀਂ ਜਾਂਦਾ। ਹਾਂ,
ਕਿਉਂਕਿ ਜਿੱਦਾਂ ਐਸਮਾ ਟਾਈਪ ਪਿਕਚਰ ਹੁੰਦਾ ਵੀ ਸਾਹ ਲੈਣ 'ਚ ਔਖਿਆਈ ਹੋਈ ਆ, ਸੇਮ ਥਿੰਗ। ਔਰ ਜਿਹੜਾ ਹਿੰਦੁਸਤਾਨ ਦਾ ਰੂਪਾਂਤਰ ਆ, ਪਹਿਲੋਂ ਮੁੰਬਈ 'ਚ ਕਰੀਬਨ ਦਸੰਬਰ 'ਚ ਉੱਕੇ ਪੁੱਕੇ ਕੇਸਿਸ ਸੀ, ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਹੈਗਾ। ਔਰ ਹੁਣ ਕੈਲਕੱਟਾ 'ਚ ਅਗਰ ਤੁਸੀਂ ਦੇਖੀਏ 100 ਲੋਕੀ ਅਗਰ ਕੋਵਿਡ ਟੈਸਟ ਕਰਨ ਜਾਂਦੇ 50 ਪੋਜ਼ਿਟਿਵ ਜੋ, ਇੱਥੇ BC 'ਚ 100 ਲੋਕ ਕੋਵਿਡ ਟੈਸਟ ਕਰਨ ਜਾਣ 9 ਪੋਜ਼ਿਟਿਵ ਹੁੰਦੇ, 89 ਨੈਗੇਟਿਵ ਹੁੰਦੇ ਆ, ਮਤਲਬ 91 ਨੈਗੇਟਿਵ ਹੁੰਦੇ ਆ। ਉੱਥੇ 50 ਪੋਜ਼ਿਟਿਵ, ਮਤਲਬ ਐਵਰੀ ਸੈਕਿੰਡ ਪਰਸਨ ਪੋਜ਼ਿਟਿਵ ਹੈਗਾ। ਦਿੱਲੀ 'ਚ 31% ਸੀ ਕੁਝ ਦਿਨ ਪਹਿਲਾਂ, ਅੱਜ ਮੈਂ ਰਿਵਿਊ ਨਹੀਂ ਕੀਤਾ। ਇਹ ਕਿਉਂ ਹੋ ਰਿਹਾ? ਕਿਉਂਕਿ ਲੋਕਾਂ ਨੇ ਕੋਵਿਡ ਨੂੰ ਇੱਕ ਮਜ਼ਾਕ ਸਮਝਿਆ। ਉੱਥੇ ਲੋਕਾਂ ਨੇ ਸਮਝਿਆ ਪਹਿਲੀ ਵੇਵ ਆ ਗਈ, ਬੱਲੇ ਬੱਲੇ ਹੋ ਗਿਆ, ਅਸੀਂ ਤਾਂ ਬਾਜੀ ਜਿੱਤ ਗਏ, ਸਾਡੀ ਹਰਡ ਇਮਿਊਨਿਟੀ ਹੋ ਗਈ। ਹਰਡ ਇਮਿਊਨਿਟੀ ਨੈਚੁਰਲੀ ਕਦੀ ਨਹੀਂ ਹੁੰਦੀ। ਸਵੀਡਨ ਨੇ ਐਕਸਪੈਰੀਮੈਂਟ ਕਰਕੇ ਦੇਖਿਆ। ਉੱਥੇ ਕੀ ਹੋਇਆ ਸੀ ਜੀ? ਹਾਂ, ਪਹਿਲੀ ਵੇਵ 'ਚ ਸਵੀਡਨ ਨੇ ਕੋਈ ਲੋਕਡਾਊਨ ਨਹੀਂ ਕੀਤਾ। ਉਹ ਕਹਿੰਦਾ ਵੀ ਹੋ ਲੈਣ ਦਿਓ, ਦੇਖੀ ਜਾਊਗੀ, ਸਾਰਿਆਂ ਨੂੰ ਹੋ ਲੈਣ ਦਿਓ ਵਾਇਰਸ। ਜਦੋਂ ਨੇ ਆਪਾਂ ਕਹਿੰਦੇ ਫਲੂ ਹੋ ਲੈਂਦੇ ਸਾਰਿਆਂ ਨੂੰ, ਹਾਂ, ਤਾਂ ਉਹਨਾਂ ਦੇ ਵਿੱਚ ਤੁਸੀਂ ਜਸਕਰਨ ਜੀ ਜਿਹੜਾ ਨਾਰਵੇ ਆ ਨਾਲ ਦੀ ਕੰਟਰੀਆਂ, ਉਹਦੇ ਨਾਲੋਂ 20 ਗੁਣਾ ਜ਼ਿਆਦਾ ਡੈਥ ਹੋ ਗਈਆਂ। ਸਿਰਫ 16% ਨੂੰ ਨੈਚੁਰਲ ਇਮਿਊਨਿਟੀ ਹੋਈ, ਜਿਹੜੀ ਨਾਰਮਲੀ ਸਾਡੇ ਵੀ 12-13% ਨੂੰ ਹੋ ਹੀ ਗਈ ਹੈ ਨਾ। ਸੋ ਇਸ ਲਈ ਜਿਹੜਾ ਹੈਗਾ ਉਹਨਾਂ ਨੇ ਫਰੀडम ਦਿੱਤਾ, ਉਹਦੇ ਬਾਵਜੂਦ ਵੀ ਸਾਰਿਆਂ ਨੂੰ ਨਹੀਂ ਹੋਇਆ, ਲੇਕਿਨ ਡੈਥ ਉੱਥੇ ਬਹੁਤ ਜ਼ਿਆਦਾ ਹੋਈਆਂ। ਇਸ ਲਈ ਉੱਥੇ ਵੀ ਵੈਕਸੀਨੇਸ਼ਨ ਜਿਹੜੀ ਹੈਗੀ ਆ ਉਹ ਹੁਣ ਕਹਿੰਦੇ ਆਪਾਂ ਕਰਨੀ ਆ। ਸੋ ਇਹਦੇ ਵਿੱਚ ਹਿੰਦੁਸਤਾਨ ਦੇ ਲੋਕਾਂ ਨੇ ਇੱਕ ਤਾਂ ਬੱਲੇ ਬੱਲੇ ਕਰ ਲਿੱਤੀ ਵੀ ਸਾਡੀ ਨੈਚੁਰਲ ਇਮਿਊਨਿਟੀ ਬਣ ਗਈ ਆ, ਅਸੀਂ ਬੜੇ ਤਗੜੇ ਆ, ਸਟਰੋਂਗ ਆ। ਉਹਨਾਂ ਨੇ ਵਾਇਰਸ ਤੋਂ ਜਿਹੜਾ ਡਰ ਆ ਉਹ ਲੱਥ ਗਿਆ। ਦੂਜੀ ਜਿਹੜੀ ਪਬਲਿਕ ਹੈਲਥ ਦੇ ਜਿਹੜੇ ਰੂਲਸ ਰੈਗੂਲੇਸ਼ਨ ਬੜੇ ਲੂਜ਼ ਸੀ, ਵੀ ਤੁਸੀਂ ਘੁੰਮੋ ਫਿਰੋ, ਮੌਲਾਂ 'ਚ ਜਾਓ, ਥੀਏਟਰ 'ਚ ਜਾਓ, ਬਾਹਰ ਖਾਓ ਪੀਓ, ਟ੍ਰੇਨਾਂ ਭਰੀਆਂ ਪੈਂਦੀਆਂ ਹੈ ਨਾ। 25 ਮਿਲੀਅਨ ਦੀ ਆਬਾਦੀ ਆ ਮੁੰਬਈ ਦੀ, ਤਕਰੀਬਨ 12 ਤੋਂ 13 ਮਿਲੀਅਨ ਜਿਹੜੇ ਲੋਕ ਹੈ ਟ੍ਰੇਨ 'ਚ ਸਫ਼ਰ ਕਰਦੇ ਆ। ਔਰ ਮੈਨੂੰ ਪਤਾ, ਮੈਂ ਵੀ ਸਫ਼ਰ ਕੀਤਾ ਵੀ ਕਈ ਵਾਰ ਉੱਥੇ ਸਾਹ ਲੈਣ ਦੀ ਜਗ੍ਹਾ ਨਹੀਂ ਹੁੰਦੀ, ਬੰਦਾ ਇੰਨਾ ਪੈਕਡ ਹੁੰਦਾ। ਡੱਬੇ 'ਚ ਜਿੰਨੀ ਕੈਪੈਸਿਟੀ ਨਾ ਡਬਲ ਤੋਂ ਜ਼ਿਆਦਾ ਪੈਕ ਹੁੰਦੇ ਲੋਕੀ, ਕਿਉਂਕਿ ਸਾਰਿਆਂ ਨੂੰ ਜਾਣਾ ਆਪਣੇ ਕੰਮ ਜਾਂ ਜੋ ਵੀ ਕੰਮ। ਸੋ ਇਹਦੇ ਕਰਕੇ ਦੂਜੀ ਗੱਲ ਹੈ ਵੀ ਹੈਲਥ ਕੇਅਰ ਸਿਸਟਮ ਜਿਹੜਾ ਹੈਗਾ ਉੱਥੇ ਥੋੜ੍ਹਾ ਜਿਹਾ ਹੁਣ ਆਪਣੇ ਗੋਡੇ ਭਾਰ ਹੋ ਗਿਆ ਵਾਇਰਸ ਕਰਕੇ। ਲੇਕਿਨ ਜੋ ਵੀ ਹੋਇਆ ਸਾਨੂੰ ਮਦਦ ਕਰਨੀ ਚਾਹੀਦੀ ਹੈ। ਸਾਡੀ ਜਿਹੜੀ ਵੀ ਕਪੈਸਿਟੀ ਆ, ਐਕਸਪਰਟਿਸ ਆ, ਪੈਸੇ ਵੱਲੋਂ, ਆਕਸੀਜਨ ਵੱਲੋਂ, ਹੈਲਥ ਕੇਅਰ ਵੱਲੋਂ, ਜੋ ਵੀ ਆ, ਆਪਾਂ ਨੂੰ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ ਕਿ ਉਹ ਹੋਇਆ ਇਹ ਹੋਇਆ। ਜਿਹੜੇ ਹੁਣ ਲੋਕੀ ਹੈਗੇ ਉਹਨਾਂ ਦੀ ਮਦਦ ਕਰੋ, ਜਿੱਦਾਂ ਵੀ ਤੁਹਾਡੀ ਕਪੈਸਿਟੀ 'ਚ ਹੈਗੇ ਆ, ਤੁਹਾਡੇ ਰਿਸ਼ਤੇਦਾਰ ਹੈ, ਦੋਸਤ ਮਿੱਤਰ, ਜੋ ਵੀ ਤੁਸੀਂ ਕਰ ਸਕਦੇ ਤਿਲ ਫੁੱਲ ਉਹਨਾਂ ਦੇ ਲਈ ਕਰੋ, ਅਰਦਾਸ ਕਰੋ, ਬੇਨਤੀਆਂ ਕਰੋ, ਸਾਰਾ ਕੁਝ ਮਤਲਬ ਉਹਨਾਂ ਦੇ ਲਈ ਆਪਾਂ ਕਰੀਏ, ਕਿਉਂਕਿ ਇਸ ਵੇਲੇ ਸਭ ਤੋਂ ਔਖਾ ਦੌਰ ਹਿੰਦੁਸਤਾਨ ਲੰਘ ਰਿਹਾ ਸੈਕਿੰਡ ਵੇਵ ਤੋਂ। ਡਾਕਟਰ ਸਾਹਿਬ, ਇੱਕ ਆਮ ਤੌਰ ਤੇ ਕਿਹਾ ਜਾਂਦਾ ਵੀ ਕੋਵਿਡ ਨਾਲ ਬੰਦੇ ਦਾ ਉਹਨਾਂ ਨੁਕਸਾਨ ਨਹੀਂ ਹੁੰਦਾ ਜਿੰਨਾ ਮਨੋਬਲ ਡਿੱਗ ਜਾਂਦਾ, ਜਾਂ ਸਾਰਾ ਦਿਨ ਗਲਤ ਕਿਸਮ ਦੀਆਂ ਖਬਰਾਂ ਸੁਣ ਕੇ ਉਹ ਜਿਹੜਾ ਕਈ ਵਾਰੀ ਦਿਲ ਛੱਡ ਪੈਂਦਾ, ਵੀ ਹੁਣ ਡਰ ਜਾਂਦਾ ਬੰਦਾ, ਘਬਰਾ ਜਾਂਦਾ। ਮਨੋਬਲ ਆਖਰ ਦੇ ਵਿੱਚ ਦੱਸੋ ਕਿੱਦਾਂ ਤਗੜਾ ਰੱਖਿਆ ਜਾ ਸਕਦਾ? ਬਿਲਕੁਲ ਸਹੀ ਗੱਲ। ਤੁਸੀਂ ਈਵਨ ਵੈਕਸੀਨੇਸ਼ਨ ਦੇ ਉੱਤੇ ਇੱਥੇ ਰਿਸਰਚ ਹੋਈ ਕੈਨੇਡਾ 'ਚ। ਅੱਛਾ ਜੀ। ਮੈਂ ਵੈਕਸੀਨੇਸ਼ਨ ਲਾਉਣ ਜਾਵਾਂ ਔਰ ਮੈਂ ਅਗਰ ਡਰੂ ਆ ਵੀ ਮੈਨੂੰ ਕੋਈ ਪ੍ਰੋਬਲਮ ਹੋਣਾ, ਤੇ ਮੇਰੀ ਜਿਹੜੀ ਐਂਟੀਬਾਡੀ ਲੈਵਲ ਘੱਟ ਬਣੂਗੀ। ਅੱਛਾ ਜੀ। ਅਗਰ ਮੈਂ ਚੜ੍ਹਦੀ ਕਲਾਂ 'ਚ ਜਾ ਵੀ ਨਹੀਂ ਵੈਕਸੀਨੇਸ਼ਨ ਦੇ ਨਾਲ ਮੇਰੇ ਅੰਦਰ ਤੇ ਗੁੱਡ ਐਂਟੀਬਾਡੀ ਬਣਨੀ ਆ। ਮੂਡ ਆਲਸੋ ਅਫੈਕਟਸ ਆਵਰ ਇਮਿਊਨ ਸਿਸਟਮ। ਵਾਹ। ਇਹ ਤਾਂ ਰਿਸਰਚ ਇੱਥੇ ਕੈਨੇਡਾ ਦੀ ਮੈਂ ਗੱਲ ਕਰ ਰਿਹਾ। ਦੂਜਾ ਜਿਹੜਾ ਮਨੋਬਲ ਜਿਹੜਾ ਹੈਗਾ ਨਾ, ਗੱਲ ਇਹ ਹੈਗੀ ਆ ਵੀ ਇੱਕ ਪਿਤਾ ਇੱਕ ਕਸ ਕੇ ਹਮ ਬਾਰਕ, ਇੱਕ ਪਿਤਾ ਦੇ ਹੀ ਆ ਨਾ ਅਸੀਂ ਸਾਰੇ ਬਾਰਕ, ਭਾਵੇਂ ਉਹ ਹਿੰਦੁਸਤਾਨ ਜਾਂ ਦੂਜੀ ਕੰਟਰੀ ਤੇ ਇਹ ਸਾਰੇ ਜਿਹੜੇ ਹੈਗੇ ਸਾਡੇ ਭਰਾ ਭੈਣ ਨੇ, ਉਹਨਾਂ ਦੀ ਨਾ ਔਖੇ ਟਾਈਮ 'ਤੇ ਆਪਾਂ ਹੈਲਪ ਜ਼ਰੂਰ ਕਰਨੀ ਹੈ ਜਿੱਦਾਂ ਵੀ ਕਰ ਸਕੀਏ। ਦੂਜੀ ਗੱਲ, ਅਰਦਾਸ ਬੇਨਤੀਆਂ ਜ਼ਰੂਰ ਕਰਿਆ ਕਰੋ, ਕਿਉਂਕਿ ਜਦ 500 ਸਾਲ ਪਹਿਲਾਂ ਜਦੋਂ ਕੁਸ਼ਟ ਰੋਗ ਜਾਂ ਕੋਹੜ ਦਾ ਪ੍ਰਸਾਰ ਸੀ, ਉਦੋਂ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਨਾਨਕ ਉਹਨੇ ਆਪ ਹੱਥੀਂ ਸੇਵਾ ਕੀਤੀ ਤੇ ਉਹਨਾਂ ਨੇ ਕਿਹਾ ਵੀ ਸਿਮਰਨ ਦੇ ਨਾਲ ਜੁੜੀਏ। ਸਿਮਰੋ ਸਿਮਰ ਸਿਮਰ ਸੁਖ ਪਾਓ, ਕਾਲ ਕਲੇਸ਼ ਤਨ ਮੇਹ ਮਿਟਾਓ। ਤੇ ਇਹ ਤਨ ਔਰ ਮਨ ਤਾਂ ਹੀ ਸ਼ੀਤਲ ਹੁੰਦਾ ਅਗਰ ਆਪਾਂ ਸ਼ਬਦ ਗੁਰੂ ਔਰ ਉਹਦਾ ਨਾਮ ਜਿਹੜਾ ਹੈਗਾ ਉਹਦੇ ਨਾਲ ਜੁੜੀਏ। ਸੋ ਇੱਕ ਮੌਕਾ, ਇੱਕ ਸਮਾਂ ਹੈਗਾ ਵੀ ਆਪਾਂ ਗੁਰੂ ਦੇ ਨਾਲ ਜੁੜੀਏ, ਕਿਉਂਕਿ ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਬਿਰਥੀ ਕਦੇ ਨਾ ਹੋਈ ਜਨ ਕੀ ਅਰਦਾਸ, ਨਾਨਕ ਗੌਰ ਗੋਬਿੰਦ ਦਾ ਪੂਰਨ ਗੁਣਤਾਸ। ਲੇਕਿਨ ਜਨ ਜਿਹੜਾ ਲਫ਼ਜ਼ ਹੈ ਬੜਾ ਇੰਪੋਰਟੈਂਟ ਹੈ। ਜਨ ਦਾ ਅਰਥ ਹੁੰਦਾ ਇਨਸਾਨ ਬਣ ਕੇ, ਵੀ ਆਪਣੀ ਮੰਗ ਨਹੀਂ ਹੈਗੀ, ਮੈਂ ਸਾਰਿਆਂ ਦੇ ਲਈ ਮੰਗ ਕਰ ਰਿਹਾ, ਮਹਾਰਾਜ ਤੂੰ ਬੇਨਤੀਆਂ ਕਰ, ਤੂੰ ਕਿਰਪਾ ਕਰ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਸਾਰੋ। ਮੇਰੇ ਜਿਹੜੇ ਅਵਗੁਣ ਹੈ ਉਹਨੂੰ ਨਾ ਹੁਣ ਮਹਾਰਾਜ ਚਿਤਾ, ਮੈਂ ਬਹੁਤ ਪਾਪੀ ਹੋ ਸਕਦਾ, ਨਿਰਗੁਣਿਆਰਾ ਹੋ ਸਕਦਾ, ਲੇਕਿਨ ਮੇਰੇ ਉੱਤੇ ਕਿਰਪਾ ਕਰੋ। ਔਰ ਗੁਰੂ ਕਿਰਪਾ ਕਰਦਾ ਜਦੋਂ ਆਪਾਂ ਤਰਲਾ ਲੈਂਦੇ ਹਾਂ ਨਾ, ਜਿਹੜਾ ਮਿੱਟੀ ਦੇ ਨਾਲ ਖਰਾਬ ਕੱਪੜਾ ਜਾਂ ਮੈਲਾ ਹੋ ਗਿਆ ਉਹਨੂੰ ਗੁਰੂ ਫੇਰ ਧੋ ਕੇ ਸ਼ੀਤਲ ਕਰ ਸਕਦਾ। ਮਨ ਜਿਹੜਾ ਹੈਗਾ ਨਾ
इन्हें कई जन्मां दी अपनी मैल इकट्ठी की हुई है। इस मन को मल लागी जन्म जन्म की काला हो आशा, मन धोवो शब्द लागो, शब्द ने मन नूं धोना। सो जिथे आप बाहरली रूप च टीकाकरण करना, पब्लिक हैल्थ गाइडलाइंस फॉलो करने आ, मन नूं शब्द दे नाल जोड़ना, क्योंकि शब्द ही प्रिकर्सर हैगा। सारी कायनात दा ओरिजन ही साउंड, म्यूजिक, नाद, धुनी, वाइब्रेशन हैगा, जिन्हों आप ब्रह्म कहते हैं, ब्रह्मनाद। सो शब्द दे नाल जुड़िए, तन और मन शीतल होएगा। फिर मैं करदा भी आप जरूर हिंदुस्तान दे जिहड़ी इस वेले उन्हां महीना रहूगी त्रासदी, उन्हां दी जरूर बांह फड़िए, हैल्प करिए, जिहड़ी भी कैपेसिटी च आप कर सकते। बहुत बहुत शुक्रिया डॉक्टर साहब, बहुत बहुत धन्यवाद। दोस्तों डॉक्टर साहब नाल असीं गलबात कीती और बहुत चंगी गल जिहड़ी है कि इन्हां ने बड़े आत्म विश्वास के नाल ये गल कही है कि मिड समर तक कैनेडा दे विच हालात काफ़ी हद तक ठीक हो जाएंगे। इस गल की आस और पहली बार असीं अज ये डॉक्टर साहब कोलों भी टाइम लाइन जिहड़ी सुनी है, साडे जिहड़े सेहत अधिकारी ने डॉक्टर थ्रीसा टैम, उन्होंने भी कहा है कि जे 70% वैक्सीनेशन करवा लेंगे हो तो इस समर दे विच सारा कुछ ठीक ठाक हो जाऊगा। सो ये आस के नाल कि सारा कुछ मिड समर उस तो भी पहला बहुत जल्दी ठीक होवे। अज का प्रोग्राम इत्थे समाप्त करते हैं, कल फिर हाजिर होवांगे एक नवे विषय के नाल। साडा हर एक प्रोग्राम वेखण ते साडे नाल जुड़न लई सबसक्राइब करो चैनल पंजाबी ते नोटिफिकेशन लई बेल आइकन वाले बटन ते क्लिक करो।